ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮਨ ਰੇ ਸਤਿਗੁਰ ਸੇਵ ਨਿਸੰਗ। ਸਤਿਗੁਰ ਸੇਵੀਐ ਹਰ ਮਨ ਵਸੈ। ਲੱਗੇ ਨਾ ਮੈਲ ਪਤੰਗ। ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 69 ਔਰ 70 ਦੇ ਉੱਪਰ ਸੁਭਾਇਮਾਨ ਨੇ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਬਾਬਾ ਜੀ ਵੱਲੋਂ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਗਿਆ, ਉਹਦੇ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਨਿਸੰਗ ਹੋਣ ਦੀ ਬਾਤ ਕੀਤੀ ਔਰ ਸਤਿਗੁਰੂ ਜੀ ਕਹਿੰਦੇ ਵੀ ਮਨਾ ਨਿਸੰਗ ਹੋ ਕੇ ਗੁਰੂ ਨੂੰ ਚੇਤੇ ਕਰਿਆ ਕਰ, ਰੱਬ ਜੀ ਦੇ ਚਿੰਤਨ ਵਿੱਚ ਜੁੜਿਆ ਕਰ। ਔਰ ਜਿਸ ਵਕਤ ਗੁਰੂ ਨੂੰ ਸੇਵੇਂਗਾ, ਗੁਰੂ ਨੂੰ ਚੇਤੇ ਕਰੇਂਗਾ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਲ ਸੁਰਤ ਜੁੜ ਜਾਂਦੀ ਹੈ ਔਰ ਜੀਵ ਨੂੰ ਕਿਸੇ ਪ੍ਰਕਾਰ ਵੀ ਗੰਦਗੀ ਦਾ ਕੋਈ ਕੀੜਾ ਜਿਹੜਾ ਪਤੰਗਾ ਜਿਹੜਾ ਉਹ ਨਹੀਂ ਲੱਗਦਾ, ਨਹੀਂ ਵਿਆਪਦਾ। ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਜ਼ਿਕਰ ਕਰਦਿਆਂ ਆਖਦੇ ਮਨ ਰੇ ਸਤਿਗੁਰ ਸੇਵ ਨਿਸੰਗ। ਨਿਸੰਗ ਹੋਣਾ ਮਤਲਬ ਸ਼ੰਕਾ ਰਹਿਤ ਹੋ ਕੇ, ਸੰਸਾ ਰਹਿਤ ਹੋ ਕੇ ਕਹਿ ਲਈਏ, ਬੇਝਿਜਕ ਹੋ ਕੇ ਕਹਿ ਲਈਏ ਜਾਂ ਬੇਪਰਵਾਹ ਹੋ ਕੇ ਕਹਿ ਲਈਏ।
ਕਿਉਂਕਿ ਨਿਸੰਗ ਉਹੀ ਹੋਏਗਾ ਜਿਹੜਾ ਬੇਪਰਵਾਹ ਹੋਏਗਾ। ਨਹੀਂ ਤੇ ਨਿਸੰਗ ਜਿਹੜਾ ਹੈ ਉਹ ਇਨਸਾਨ ਕਦੇ ਨਹੀਂ ਹੋ ਸਕਦਾ ਜਿੰਨਾ ਚਿਰ ਬੇਪਰਵਾਹ ਨਹੀਂ ਹੈ। ਕਾਰਨ ਇਹ ਹੈ ਕਿ ਲੋਕਾਂ ਦੀ ਪ੍ਰਵਾਹ ਜਿਹੜੀ ਹੈ, ਲੋਕਾਂ ਦੀ ਚਿੰਤਾ ਜਿਹੜੀ ਹੈ, ਉਹ ਸਾਨੂੰ ਕਦੇ ਨਿਸੰਗ ਹੋਣ ਨਹੀਂ ਦਿੰਦੀ। ਅਸੀਂ ਕਿਸੇ ਪ੍ਰਕਾਰ ਵੀ ਸੰਸਾਰ ਉੱਤੇ ਵਿਚਰਦੇ ਹਾਂ। ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਜਿੱਥੇ ਉਹ ਜ਼ਿਕਰ ਕਰਦਿਆਂ ਆਖਦੇ ਕਿ ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਇਹ ਨਿਸੰਗ ਹੋਣਾ ਮਤਲਬ ਕਿ ਮੇਰਾ ਮਨ ਕਹਿ ਰਿਹਾ ਕਿ ਮੈਂ ਗੁਰੂ ਨੂੰ ਚੇਤੇ ਕਰਾਂ, ਮੇਰਾ ਮਨ ਆਖ ਰਿਹਾ ਮੈਂ ਗੁਰੂ ਨੂੰ ਸੇਵਾ, ਗੁਰੂ ਨੂੰ ਯਾਦ ਕਰਾਂ, ਗੁਰੂ ਦੇ ਚਿੰਤਨ ਵਿੱਚ ਜੁੜਾਂ। ਤੇ ਜੇ ਮੇਰਾ ਮਨ ਇਸ ਗੱਲ ਨੂੰ ਮੰਨ ਰਿਹਾ ਹੈ ਤੇ ਫਿਰ ਮੈਨੂੰ ਇਹ ਨਹੀਂ ਸੋਚਣਾ ਜਾਂ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਕਿ ਲੋਕ ਕੀ ਕਹਿਣਗੇ। ਉੱਥੇ ਆ ਕੇ ਲੋਕਾਂ ਦੀ ਜਿਹੜੀ ਕਹਿਣੀ ਹੈ ਜਾਂ ਲੋਕਾਂ ਦੀ ਜਿਹੜੀ ਕਥਨੀ ਹੈ ਉਹਦੇ ਤੋਂ ਉਪਰਾਮ ਹੋਣਾ ਪਏਗਾ, ਫਿਰ ਕਿਤੇ ਜਾ ਕੇ ਜੀਵ ਨਿਸੰਗ ਹੋਏਗਾ। ਜੇ ਤੇ ਸਮਾਜ ਬਾਰੇ ਸੋਚਣ ਲੱਗ ਗਿਆ, ਸੰਸਾਰ ਬਾਰੇ ਸੋਚਣ ਲੱਗ ਗਿਆ ਤੇ ਨਿਸੰਗਤਾ ਬੜੀ ਦੂਰ ਦੀ ਬਾਤ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਵੀ ਮਨਾ ਗੁਰੂ ਨੂੰ ਸੇਵ, ਚੇਤੇ ਕਰ। ਪਰ ਚੇਤੇ ਕਰਨ ਲੱਗਿਆਂ ਇਸ ਗੱਲ ਦਾ ਖਿਆਲ ਰੱਖੀ ਕਿ ਨਿਸੰਗ ਹੋ ਕੇ ਚੇਤੇ ਕਰੀਂ, ਕਿਸੇ ਪ੍ਰਕਾਰ ਦੀ ਸੰਗ ਨਾ ਰੱਖੀ। ਹੁਣ ਸੰਗ ਜਿਹੜੀ ਹੈ ਅਸੀਂ ਉਹਨੂੰ ਸ਼ਰਮ ਵੀ ਕਹਿ ਸਕਦੇ ਹਾਂ। ਨਿਸੰਗ ਹੋ ਕੇ ਮਤਲਬ ਹਰ ਪ੍ਰਕਾਰ ਦੀ ਚਿੰਤਾ, ਹਰ ਪ੍ਰਕਾਰ ਦਾ ਝੋਰਾ, ਹਰ ਪ੍ਰਕਾਰ ਦੇ ਸੰਸੇ, ਹਰ ਪ੍ਰਕਾਰ ਦਾ ਡਰ ਜਿਹੜਾ ਉਹਨੂੰ ਖਤਮ ਕਰ ਦੇ। ਸਿਰਫ ਚੇਤੇ ਕੀ ਕਰਨਾ? ਗੁਰੂ ਨੂੰ। ਮਨ ਨੂੰ ਕਿਤੇ ਇਹ ਗੱਲ ਸਮਝ ਆ ਜਾਏ ਜਾਂ ਮਨ ਨੂੰ ਇਹ ਗੱਲ ਅਸੀਂ ਸਮਝਾ ਲਈਏ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਮਨ ਇਹ ਗੱਲ ਸਮਝ ਲਏ ਨਾ ਵੀ ਮੈਂ ਰੱਬ ਨੂੰ ਚੇਤੇ ਕਰਨਾ ਚਾਹੁੰਦਾ, ਰੱਬ ਦੀ ਯਾਦ ਵਿੱਚ ਜੁੜਨਾ ਚਾਹੁੰਦਾ, ਤੇ ਰੱਬ ਦੀ ਯਾਦ ਵਿੱਚ ਜੁੜਨ ਲਈ ਮੈਨੂੰ ਗੁਰੂ ਨੂੰ ਸੇਵਣਾ ਪਏਗਾ। ਤੇ ਗੁਰੂ ਦੀ ਜਿਹੜੀ ਦਾਤ ਹੈ ਜਾਂ ਗੁਰੂ ਕੀ ਜਿਹੜੀ ਬਖਸ਼ਿਸ਼ ਹੈ, ਜਾ ਕੀ ਕੋਈ ਨਾ ਮੇਟੈ ਦਾਤ, ਉਹਨੂੰ ਕੋਈ ਮੇਟ ਨਹੀਂ ਸਕਦਾ। ਫਿਰ ਜਿਹੜਾ ਸੰਸਾ ਹੈ ਉਹ ਕਾਹਦਾ? ਇਨਸਾਨ ਡਰ ਵਿੱਚ ਤੇ ਤਾਂ ਰਹਿ ਕੇ ਜਿਉਂਦਾ ਵੀ ਜੇ ਮੈਂ ਲੋਕਾਂ ਮੁਤਾਬਕ ਨਾ ਚੱਲਿਆ ਤੇ ਲੋਕਾਂ ਦੇ ਕੋਲੋਂ ਜਿਹੜੀਆਂ ਮੇਰੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕੌਣ ਕਰੇਗਾ। ਸੰਸੇ ਤੇ ਇਹਨਾਂ ਗੱਲਾਂ ਦੇ ਹੀ ਨੇ ਨਾ। ਅਸੀਂ ਸੰਸਾਰਕ ਤੌਰ ਤੇ ਵਿਚਰਦੇ ਹਾਂ, ਸੰਸਾਰਕ ਤੌਰ ਤੇ ਵਿਚਰਦਿਆਂ ਹੋਇਆਂ ਕਿਸੇ ਨਾ ਕਿਸੇ ਮਨੁੱਖ ਦੀ ਜਿਹੜੀ ਜ਼ਰੂਰਤ ਹੈ, ਅਸੀਂ ਉਸ ਆਧਾਰ ਦੇ ਉੱਤੇ ਬੈਠੇ ਹਾਂ ਵੀ ਇਹ ਮਨੁੱਖ ਨੇ ਮੇਰਾ ਇਹ ਕਾਰਜ ਸਵਾਰਨਾ, ਜਾਂ ਇਹ ਜੀਵ ਮੇਰੇ ਇਸ ਕਾਰਜ ਨੂੰ ਬਣਾ ਸਕਦਾ, ਸਵਾਰ ਸਕਦਾ। ਜਦੋਂ ਕਿਸੇ ਜੀਵ ਦੇ ਕੋਲੋਂ ਅਸੀਂ ਇਹ ਆਸ ਲਾ ਲੈਂਦੇ ਹਾਂ ਕਿ ਇਹ ਸਾਡਾ ਕਾਰਜ ਸਵਾਰ ਸਕਦਾ, ਉਦੋਂ ਅਸੀਂ ਕਿਸੇ ਪ੍ਰਕਾਰ ਉਹਦੇ ਖਿਲਾਫ ਕੋਈ ਲਫ਼ਜ਼ ਨਹੀਂ ਵਰਤਦੇ ਜਾਂ ਉਹਦੇ ਖਿਲਾਫ ਅਸੀਂ ਕੋਈ ਵੀ ਕਾਰਜ ਨਹੀਂ ਕਰਦੇ। ਜਿਵੇਂ ਉਹਨੇ ਆਖ ਦਿੱਤਾ ਅਸੀਂ ਉਸੇ ਪ੍ਰਕਾਰ ਉਹਦੇ ਅਨੁਸਾਰੀ ਹੋ ਜਾਂਦੇ ਹਾਂ। ਵੀ ਜੇ ਉਹਨੇ ਕਹਿਤਾ ਇਹ ਕਾਰਜ ਕਰ ਲਾ ਤੇ ਅਸੀਂ ਕਰ ਲੈਨੇ, ਜੇ ਉਹਨੇ ਕਹਿਤਾ ਵੀ ਕਾਰਜ ਨਹੀਂ ਕਰਨਾ ਤੇ ਅਸੀਂ ਇਨਕਾਰੀ ਹੋ ਜਾਂਦੇ। ਕਾਰਨ ਕੀ ਹੈ? ਸਿਰਫ ਇਸ ਕਰਕੇ ਵੀ ਸਾਨੂੰ ਉਹਦੇ ਕੋਲੋਂ ਜ਼ਰੂਰਤ ਹੈ। ਤੇ ਜੇ ਸਾਨੂੰ ਕਿਸੇ ਮਨੁੱਖ ਦੀ ਜ਼ਰੂਰਤ ਨਾ ਹੋਵੇ ਤੇ ਫਿਰ ਅਸੀਂ ਕੀ ਕਹਿੰਦੇ ਆ ਵੀ ਜਾ ਕਰ ਲਾ ਤੂੰ ਜੋ ਕਰਨਾ, ਵੀ ਮੈਂ ਤੇ ਤੇਰੇ ਅਨੁਸਾਰ ਨਹੀਂ ਚੱਲ ਸਕਦਾ। ਹੁਣ ਸਤਿਗੁਰੂ ਜੀ ਸਾਨੂੰ ਇਸੇ ਗੱਲ ਨੂੰ ਸਮਝਾ ਰਹੇ ਕਿ ਮਨਾ ਤੂੰ ਨਿਸੰਗ ਹੋ ਕੇ ਚੱਲ, ਕਿਉਂਕਿ ਦੁਨੀਆ ਦੇ ਕਿਸੇ ਵੀ ਮਨੁੱਖ ਨੇ ਉਹ ਕਾਰਜ ਨਹੀਂ ਸਵਾਰਨਾ ਜਿਹੜਾ ਕਾਰਜ ਤੇਰਾ ਗੁਰੂ ਸਵਾਰ ਸਕਦਾ। ਤੇਰੇ ਕਿਸੇ ਵੀ ਕਾਰਜ ਨੂੰ ਸੰਸਾਰ ਦੇ ਕਿਸੇ ਮਨੁੱਖ ਨੇ ਨਹੀਂ ਸਵਾਰਨਾ। ਜਿਹੜਾ ਵੀ ਕਾਰਜ ਸਵਰੇਗਾ ਜਾਂ ਜਿਹੜਾ ਵੀ ਕਾਰਜ ਸਵਾਰੇਗਾ ਉਹ ਤੇਰਾ ਗੁਰੂ ਸਵਾਰੇਗਾ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਂਦਿਆਂ ਆਖਿਆ, ਮਾਨੁਖ ਕੀ ਟੇਕ ਬਿਰਥੀ ਸਭ ਜਾਨ,
ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਹੁਣ ਡਰ ਕਾਹਦਾ, ਸੰਸਾ ਕਾਹਦਾ? ਮਨ ਨੂੰ ਨਿਸੰਗ ਕਰਨਾ ਹੈ, ਤੇ ਨਿਸੰਗ ਤਾਂ ਹੀ ਕਰਾਂਗੇ ਨਾ ਵੀ ਜੇ ਮਨ ਦਾ ਭਰੋਸਾ ਗੁਰੂ ਉੱਤੇ ਬਣੇਗਾ। ਤੇ ਮਨ ਤੇ ਸੰਸਿਆਂ ਤੋਂ ਰਹਿਤ ਤਾਂ ਹੀ ਹੋਏਗਾ ਜੇ ਮਨ ਦਾ ਵਿਸ਼ਵਾਸ ਗੁਰੂ ਦੇ ਉੱਪਰ ਪੱਕਾ ਹੋਏਗਾ। ਮਨ ਸਾਡਾ ਗੁਰੂ ਉੱਤੇ ਭਰੋਸਾ ਰੱਖ ਲਏ ਤੇ ਮਨ ਇਹ ਗੱਲ ਸਮਝ ਲਏ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬੇਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ। ਦੁਨੀਆ ਦਾ ਕੋਈ ਮਨੁੱਖ ਕਾਰਜ ਨਹੀਂ ਸਵਾਰ ਸਕਦਾ। ਜਿੱਥੇ ਗੁਰੂ ਨੇ ਸਹਾਇਕ ਬਣ ਜਾਣਾ, ਉਥੇ ਸੰਸਾਰ ਦਾ ਕਿਹੜਾ ਮਨੁੱਖ ਸਹਾਇਕ ਬਣੇਗਾ? ਜਦੋਂ ਸੰਸਾਰ ਦੇ ਕਿਸੇ ਕਾਰਜ ਦੀ ਵੀ ਬਾਤ ਕਰਦੇ ਆ ਨਾ, ਕਿਸੇ ਵੀ ਕਾਰਜ ਦੀ, ਜ਼ਰੂਰੀ ਨਹੀਂ ਹੈ ਕਿ ਸਾਡੇ ਅਧਿਆਤਮ ਜੀਵਨ ਦਾ ਹੀ ਕਾਰਜ ਹੋਵੇ। ਅਧਿਆਤਮ ਜੀਵਨ ਤੋਂ ਬਿਨਾਂ ਜਦੋਂ ਅਸੀਂ ਕਿਸੇ ਸੰਸਾਰ ਦੇ ਕਾਰਜ ਦੀ ਵੀ ਬਾਤ ਕਰਦੇ ਹਾਂ, ਤੇ ਹਮੇਸ਼ਾ ਸਾਡੇ ਮਨਾਂ ਅੰਦਰ ਇੱਕ ਖਿਆਲ ਰਹਿੰਦਾ ਕਿ ਜੇ ਇੱਕ ਦਰਵਾਜ਼ਾ ਬੰਦ ਹੋਏਗਾ ਤੇ ਰੱਬ 4 ਦਰਵਾਜ਼ੇ 10 ਦਰਵਾਜ਼ੇ ਹੋਰ ਖੋਲ ਦਿੰਦਾ। ਇੱਕ ਮਨੁੱਖ ਪਿੱਛੇ ਕਦਮ ਖਿੱਚਦਾ ਹੈ, ਕੋਈ ਨਾ ਕੋਈ ਜ਼ਰੀਆ ਤੇ ਪਰਮੇਸ਼ਵਰ ਬਣਾ ਹੀ ਦਿੰਦਾ ਨਾ, ਕੋਈ ਨਾ ਕੋਈ ਰਸਤਾ ਤੇ ਉਹਨੇ ਬਣਾ ਹੀ ਦੇਣਾ। ਤੇ ਜਿਹੜਾ ਰਸਤਾ ਉਹ ਪਰਮੇਸ਼ਵਰ ਬਣਾ ਦੇਗਾ, ਜਿਹਨੂੰ ਆਪਾਂ ਸਤਿਗੁਰੂ ਜੀ ਕੀ ਬਾਣੀ ਚ ਪੜ੍ਹ ਲੈਨੇ ਆ ਕਿ ਜਿਸੈ ਦਿਖਾਲੇ ਵਾਟੜੀ ਤਿਸਹਿ ਭੁਲਾਵੇ ਕੌਣ, ਜਿਸਹਿ ਭੁਲਾਵੇ ਪੰਧ ਸਿਰ ਤਿਸਹਿ ਵਿਖਾਲੇ ਕੌਣ। ਜਿਹਨੂੰ ਪਰਮੇਸ਼ਵਰ ਨੇ ਵਾਟੜੀ ਦਿਖਾ ਦਿੱਤੀ, ਰਾਹ ਵਿਖਾਤਾ, ਉਹਨੂੰ ਕੋਈ ਭੁਲਾ ਸਕਦਾ? ਤੇ ਜਿਹਨੂੰ ਰੱਬ ਹੀ ਭੁਲਾ ਦੇ, ਉਹਨੂੰ ਵਿਖਾਲਣ ਵਾਲਾ ਕੌਣ ਹੈ? ਗੱਲ ਤੇ ਸਿਰਫ ਇੱਕ ਉਸ ਪਰਮੇਸ਼ਵਰ ਦੇ ਉੱਤੇ ਭਰੋਸੇ ਦੀ ਹੈ, ਵਿਸ਼ਵਾਸ ਦੀ ਹੈ, ਗੁਰੂ ਉੱਤੇ ਵਿਸ਼ਵਾਸ ਦੀ ਹੈ। ਜੇ ਗੁਰੂ ਉੱਤੇ ਵਿਸ਼ਵਾਸ ਹੈ, ਭਰੋਸਾ ਹੈ, ਤੇ ਫਿਰ ਮਾਲਕ ਕਿਤੇ ਨਾ ਕਿਤੇ ਸਾਡੇ ਕੋਲ ਉਨੀ ਕੁ ਸਮਰੱਥਾ, ਉਨੀ ਕੁ ਬਖਸ਼ਿਸ਼ ਸਾਨੂੰ ਦੇ ਦਿੰਦਾ ਕਿ ਸਾਡਾ ਕਿਸੇ ਪ੍ਰਕਾਰ ਵੀ ਕੋਈ ਕਾਰਜ ਰੁਕਦਾ ਨਹੀਂ। ਤੇ ਜੇ ਸਾਨੂੰ ਮਨੁੱਖਾਂ ਦੇ ਉੱਤੇ ਆਸ ਹੈ, ਤੇ ਹੋ ਸਕਦਾ ਹੈ ਮਨੁੱਖਾਂ ਉੱਪਰ ਲਾਈ ਆਸ ਸਾਡਾ ਕਾਰਜ ਸਵਾਰ ਵੀ ਨਾ ਸਕੇ। ਗੁਰੂ ਸਾਹਿਬ ਕਹਿੰਦੇ, ਮਨ ਮੇਰੇ ਮਨ ਰੇ ਸਤਿਗੁਰ ਸੇਵ ਨਿਸੰਗ, ਗੁਰੂ ਨੂੰ ਨਿਸੰਗ ਹੋ ਕੇ ਚੇਤੇ ਕਰ, ਕਿਉਂਕਿ ਸਤਿਗੁਰ ਸੇਵਿਆ, ਗੁਰੂ ਨੂੰ ਸੇਵਨ ਦੇ ਨਾਲ ਹਰ ਮਨ ਵਸੈ, ਹਰੀ ਪਰਮਾਤਮਾ ਜੀ ਮਨ ਵਿੱਚ ਵਸ ਜਾਂਦੇ ਨੇ। ਲੱਗੈ ਨਾ ਮੈਲ ਪਤੰਗ, ਔਰ ਕਿਸੇ ਪ੍ਰਕਾਰ ਵੀ ਮੈਲ ਦਾ ਜਿਹੜਾ ਪਤੰਗਾ ਹੈ, ਮੈਲ ਦਾ ਜਿਹੜਾ ਕੀੜਾ ਹੈ, ਉਹ ਸਾਨੂੰ ਨਹੀਂ ਲੱਗਦਾ। ਹਰ ਪ੍ਰਕਾਰ ਦੀ ਗੰਦਗੀ ਤੇ ਹਰ ਪ੍ਰਕਾਰ ਦੀ ਮੈਲ ਤੋਂ ਅਸੀਂ ਬਚ ਜਾਂਦੇ ਹਾਂ। ਸਤਿਗੁਰ ਸੇਵਿਐ ਮਨ ਨਿਰਮਲਾ, ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ, ਸਚ ਨਾਮ ਮਨ ਧੀਰ। ਫਿਰ ਪਹਿਲੇ ਪਦੇ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ, ਸਤਿਗੁਰ ਸੇਵਿਐ ਮਨ ਨਿਰਮਲਾ। ਭਏ ਪਵਿੱਤ ਸਰੀਰ। ਅਸੀਂ ਕੀ ਕਰ ਰਹੇ ਹਾਂ? ਹੁਣ ਪੰਕਤੀ ਨੂੰ ਧਿਆਨ ਨਾਲ ਤਵੱਜੋ ਦੇ ਕੇ ਸਮਝਿਓ। ਸਤਿਗੁਰੂ ਜੀ ਕਹਿੰਦੇ ਗੁਰੂ ਨੂੰ ਸੇਵਨ ਦੇ ਨਾਲ ਮਨ ਨਿਰਮਲਾ। ਪਹਿਲੋਂ ਮਨ ਨਿਰਮਲ ਹੋਇਆ, ਫਿਰ ਭਏ ਪਵਿੱਤ ਸਰੀਰ, ਫਿਰ ਸਰੀਰ ਪਵਿੱਤਰ ਹੋਇਆ। ਅਸੀਂ ਕੀ ਕਰਦੇ ਹਾਂ? ਅਸੀਂ ਸਰੀਰ ਪਵਿੱਤਰ ਕਰਨਾ ਚਾਹੁੰਦੇ ਹਾਂ, ਔਰ ਜ਼ੋਰ ਵੀ ਲਾਇਆ ਹੋਇਆ। ਕਾਇਆ ਨੂੰ ਪਵਿੱਤਰ ਕਰਨ ਦੇ ਲਈ ਜ਼ੋਰ ਵੀ ਲੱਗਾ ਹੋਇਆ।
ਸਰੀਰ ਪਵਿੱਤਰ ਕਰਨਾ ਚਾਹੁੰਦੇ ਆ ਤੇ ਮਨ ਗੰਦਗੀ ਨਾਲ ਭਰਿਆ ਪਿਆ, ਮਨ ਉਸੇ ਤਰ੍ਹਾਂ ਮੈਲਾ ਪਿਆ। ਤੇ ਸਤਿਗੁਰੂ ਜੀ ਕੀ ਬਾਣੀ ਦਾ ਜੋ ਬਚਨ ਹੈ, ਮਾਲਕ ਜੀ ਉਹਨਾਂ ਬਚਨਾਂ ਰਾਹੀਂ ਸਮਝਾਉਂਦੇ ਵੀ ਜਿੰਨਾ ਚਿਰ ਮਨ ਮੈਲਾ ਉਹਨਾਂ ਚਿਰ ਸਾਫ਼ ਕੁਛ ਵੀ ਨਹੀਂ। ਤੇ ਮਾਲਕ ਜੀ ਜ਼ਿਕਰ ਕਰਦੇ ਆਖਦੇ ਮਨ ਮੈਲਾ ਸਭ ਕੁਛ ਮੈਲਾ। ਤੇ ਜੋ ਅਸੀਂ ਕਰ ਰਹੇ ਹਾਂ, ਸਤਿਗੁਰੂ ਕਹਿੰਦੇ ਉਦਾਂ ਮੈਲ ਨਹੀਂ ਜਾਂਦੀ। ਤਨ ਧੋਤਾ ਮਨ ਹੱਛਾ ਨਾ ਹੋਏ, ਮਨ ਹੱਛਾ ਨਹੀਂ ਹੋਣਾ। ਅਸੀਂ ਹੱਛਾ ਤਨ ਕਰ ਰਹੇ ਹਾਂ, ਮਨ ਨਹੀਂ। ਜਦੋਂ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ, ਤੇ ਮਾਲਕ ਜੀ ਜ਼ਿਕਰ ਕਰਦੇ ਆ ਆਖਦੇ ਮਨ ਨੂੰ ਸਾਫ਼ ਕਰਨ ਦਾ ਤਰੀਕਾ ਕੀ? ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ। ਹੁਣ ਇਸੇ ਤੀਰਥ ਉੱਤੇ ਜਾ ਕੇ ਕੀ ਹੋਣਾ? ਮਨ ਦੀ ਮੈਲ ਲੱਥਣੀ। ਨਹੀਂ ਤੇ ਬਾਬਾ ਕਬੀਰ ਜੀ ਜ਼ਿਕਰ ਕਰਦੇ ਆਖਦੇ ਨਾ, ਗੰਗਾ ਤੀਰ ਜੇ ਘਰ ਕਰੈ ਪੀਵੈ ਨਿਰਮਲ ਨੀਰ। ਏਦਾਂ ਵੀ ਪਵਿੱਤਰਤਾ ਨਹੀਂ ਹੈ। ਮਨ ਦੀ ਪਵਿੱਤਰਤਾ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਅੱਜ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ, ਕਹਿੰਦੇ ਸਤਿਗੁਰ ਸੇਵਿਆ ਮਨ ਨਿਰਮਲਾ। ਪਹਿਲੋਂ ਮਨ ਨਿਰਮਲ ਕਰ। ਜਿੰਨਾ ਚਿਰ ਤੇਰਾ ਮਨ ਨਿਰਮਲ ਨਹੀਂ ਹੁੰਦਾ, ਉਹਨਾਂ ਚਿਰ ਤੇਰਾ ਸਰੀਰ ਕਦੇ ਵੀ ਸਾਫ਼ ਨਹੀਂ ਹੋਣਾ, ਤੇਰੀ ਕਾਇਆ ਨੇ ਕਦੇ ਪਵਿੱਤਰ ਨਹੀਂ ਹੋਣਾ। ਇਸ ਲਈ ਪਹਿਲੋਂ ਮਨ ਨਿਰਮਲ ਕਰ। ਤੇ ਮਨ ਨਿਰਮਲ ਲਈ ਕੀ ਆਖਦੇ? ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਫਿਰ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਜਿੰਨਾ ਚਿਰ ਮਨ ਨਿਰਮਲ ਨਹੀਂ, ਉਹਨਾਂ ਚਿਰ ਤਨ ਦੀ ਸਾਫ਼ ਤੇ ਤਨ ਦੀ ਜਿਹੜੀ ਸੁੰਦਰਤਾ ਹੈ ਉਹਨੂੰ ਕੀ ਕਰਾਂਗੇ? ਮਨ ਦੀ ਸਫਾਈ ਤੋਂ ਬਿਨਾ, ਮਨ ਦੀ ਮੈਲ ਉਤਾਰੇ ਬਿਨਾ। ਇਸੇ ਕਰਕੇ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਨਾ, ਤੇ ਉਹ ਪਹਿਲੋਂ ਸਾਨੂੰ ਕਹਿੰਦੇ ਵੀ ਜਿਹੜੀ ਤੇਰੀ ਮੱਤ ਭਰੀ ਪਈ ਨਾ ਮੈਲ ਨਾਲ, ਇਹਨੂੰ ਸਾਫ਼ ਕਰ। ਜਦੋਂ ਇਹਨੂੰ ਸਾਫ਼ ਕਰੇਗਾ ਫਿਰ ਕਿਤੇ ਜਾ ਕੇ ਤੇਰੇ ਤਨ ਦੀ ਪਵਿੱਤਰਤਾ ਬਣੇਗੀ। ਔਰ ਜਦੋਂ ਭਗਤ ਕਬੀਰ ਸਾਹਿਬ ਨੂੰ ਪੜ੍ਹਦੇ ਆ, ਭਗਤ ਕਬੀਰ ਸਾਹਿਬ ਸਮਝਾਉਂਦੇ ਆ, ਕਹਿੰਦੇ ਵੀ ਜ਼ਿੰਦਗੀ ਜੀਵਨ ਨੂੰ ਜਿਉਂਦਾ ਹੋਇਆ ਮਨੁੱਖ ਦਾ ਜਿਹੜਾ ਸੰਬੰਧ ਹੈ, ਮਨੁੱਖ ਦਾ ਜਿਹੜਾ ਜੋੜ ਹੈ, ਉਹ ਹਰ ਇੱਕ ਝੂਠੀ ਵਸਤੂ ਨਾਲ ਹੀ ਪੈ ਰਿਹਾ। ਸੰਬੰਧ ਹੀ ਹਰ ਝੂਠੇ ਪਦਾਰਥ ਨਾਲ ਹੈ। ਸੁਚਮਤਾ ਕਿੱਥੇ ਹੈ ਜੀਵ ਕੋਲ? ਸਾਨੂੰ ਨਾ ਜਿਹੜੀ ਸਾਡੀਆਂ ਨਜ਼ਰਾਂ ਵਿੱਚ ਸੁਚਮਤਾ, ਉਹ ਸਿਰਫ ਇੱਥੋਂ ਤੱਕ ਹੀ ਰੱਖੀ ਗਈ ਵੀ ਹੱਥ ਧੋ ਲਓ, ਪੈਰ ਧੋ ਲਓ, ਮੁੱਖ ਸਾਫ਼ ਕਰ ਲਓ, ਇਹ ਸੁਚਮਤਾ। ਅਸੀਂ ਵੀ ਇੱਥੇ ਤੱਕ ਹੀ ਸੀਮਤ ਰਹਿ ਗਏ। ਸਾਨੂੰ ਇਦੋਂ ਅਗਾਂਹ ਦੀ ਸੁਚਮਤਾ ਤੇ ਦੱਸੀ ਹੋਈ ਨਹੀਂ ਵੀ ਸੁਚਮਤਾ ਮਨ ਸਾਫ਼ ਕਰਨ ਨਾਲ ਹੁੰਦੀ ਹੈ। ਤਨ ਜਿਹੜਾ ਉਹ, ਜੇ ਅਸੀਂ ਉਹਨੂੰ ਰੱਬ ਜੀ ਦੇ ਬਣਾਈ ਬਣਤਰ ਅਨੁਸਾਰੀ ਵੇਖਾਂਗੇ ਤੇ ਤਨ ਤੇ ਹੈ ਹੀ ਗੰਦਗੀ ਦਾ ਢੇਰ। ਤਨ ਤੇ ਹੈ ਹੀ ਇੱਕ ਗੰਦਗੀ ਦਾ ਢੇਰ ਹੀ ਹੈ ਨਾ। ਸਾਫ਼ ਕਿੰਨੇ ਹੋਣਾ ਸੀ? ਮਨ ਨੇ। ਤੇ ਅਸੀਂ ਤਨ ਨੂੰ ਸਾਫ਼ ਕਰਨ ਤੇ ਜ਼ੋਰ ਦਿੱਤੀ ਬੈਠੇ ਆ ਵੀ ਸਾਫ਼ ਹੋ ਜਾਏ, ਇਹ ਪਵਿੱਤਰ ਹੋ ਜਾਏ। ਤੇ ਮਨ ਦਾ ਕੀ ਕਰਾਂਗੇ? ਹੁਣ ਖਿਆਲ ਕਰੀਏ, ਕਿਸੇ ਵੀ ਥਾਂ ਉੱਤੇ, ਆਪਣੇ ਘਰ ਦੀ ਗੱਲ ਕਰ ਲਈਏ, ਘਰ ਦੇ ਦਰਵਾਜ਼ੇ ਦੇ ਉੱਤੇ ਅਸੀਂ ਸਫਾਈ ਕਰੀ ਚੱਲੀਏ। ਬਾਹਰ ਗੇਟ ਤੇ, ਮੇਨ ਗੇਟ ਤੋਂ ਉਹ ਜਿਹੜਾ ਰੈਂਪ ਬਣਾਇਆ ਚੜ੍ਹਨ ਵਾਸਤੇ, ਅਸੀਂ ਉਹ ਸਾਫ਼ ਕਰ ਲਿਆ, ਗੇਟ ਨੂੰ ਵੀ ਪੋਚਾ ਮਾਰਤਾ। ਅੰਦਰ ਘਰ 'ਚ ਖਲਾਰਾ ਪਾਈ ਰੱਖੀਏ, ਕਦੇ ਝਾੜੂ ਵੀ ਨਾ ਲਾਇਆ ਹੋਵੇ, ਪੋਚਾ ਤੇ ਬੜੀ ਦੂਰ ਦੀ ਗੱਲ। ਤੇ ਲੋਕੀ ਬਾਹਰੋਂ ਗੇਟ ਵੇਖ ਕੇ ਤੇ ਆਸ ਲਾ ਲੈਣਗੇ ਵੀ ਬੜਾ ਸਾਫ਼ ਲੱਗਦਾ ਘਰ।
ਬੜੀ ਸਾਫ਼ ਸਫਾਈ ਪਸੰਦ ਨੇ ਇਹ ਲੋਕ ਜਿਹੜੇ ਇਸ ਘਰ ਵਿੱਚ ਰਹਿਣ ਵਾਲੇ ਨੇ। ਬੜੇ ਸਾਫ਼ ਸਫਾਈ ਪਸੰਦ ਲੋਕ ਨੇ। ਤੇ ਜੇ ਕਿਤੇ ਉਹਨਾਂ ਨੂੰ ਅੰਦਰ ਵੜ ਕੇ ਵਿਖਾ ਦਈਏ ਵੀ ਆ ਜਾਓ ਅੰਦਰ ਵੀ ਵੇਖੋ, ਉਹ ਜੋ ਬਾਹਰੋਂ ਵੇਖ ਕੇ ਉਹਨਾਂ ਨੇ ਆਸਾਂ ਲਾਈਆਂ ਸੀ ਸਾਰੀਆਂ ਚਲੀਆਂ ਜਾਣਗੀਆਂ। ਉਹਨਾਂ ਦੇ ਮਨ ਵਿਚਲੇ ਵਲਵਲੇ ਵਿਚਾਰਾਂ ਸਾਰੀਆਂ, ਸੰਕਲਪ ਜਿੰਨੇ ਸੀ ਉਹ ਸਾਰੇ ਵਿਕਲਪ ਬਣ ਗਏ। ਸਾਰੀਆਂ ਆਈਆਂ ਵਿਚਾਰਾਂ ਨੇ ਖਤਮ ਹੋ ਜਾਣਾ। ਫਿਰ ਕੀ ਆਖਣਗੇ, ਇਹਨਾਂ ਨੂੰ ਤੇ ਰਹਿਣ ਦਾ ਵੀ ਚੱਜ ਨਹੀਂ। ਵੀ ਘਰ ਤੇ ਲਿਆ ਬਣਾ, ਘਰ ਬਣਾਉਣ ਤੋਂ ਬਾਅਦ ਚ ਇਹਨਾਂ ਨੂੰ ਤੇ ਰਹਿਣ ਦਾ ਵੀ ਚੱਜ ਨਹੀਂ ਆਇਆ। ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਘਰ ਵਿੱਚ ਸਫਾਈ ਕਿੱਦਾਂ ਕਰੀਦੀ ਹੈ। ਇਹੀ ਹਾਲਤ ਸਾਡੀ ਬਣੀ ਪਈ। ਅਸੀਂ ਸਰੀਰ ਨੂੰ ਤੇ ਇੰਨਾ ਸਾਫ਼ ਕਰੀ ਜਾਂਦੇ ਆ, 2-2 3-3 ਵਾਰ ਇਸ਼ਨਾਨ ਵੀ ਕਰੀ ਜਾਂਦੇ ਆ। ਹੱਥ ਵੀ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੀ ਵਾਰੀ ਧੋ ਲਏ, ਚਰਨ ਆਪਣੇ ਪੈਰ ਆਪਣੇ ਕਿੰਨੀ ਵਾਰੀ ਧੋ ਲਏ। ਇਹ ਬਾਹਰੋਂ ਗੇਟ ਸਾਫ਼ ਕਰਨਾ ਤੇ ਰੱਬ ਜੀ ਨੇ ਕਿੱਥੇ ਆਉਣਾ। ਹੁਣ ਇੱਕ ਸਵਾਲ ਹੋਰ ਰੱਖਦਾ, ਸਾਡੇ ਘਰੇ ਕੋਈ ਸਾਕ ਸੰਬੰਧੀ ਆਏ, ਅਸੀਂ ਇਹਨੂੰ ਗੇਟ ਤੋਂ ਵਾਪਸ ਮੋੜ ਦਾਂਗੇ? ਇਹੀ ਅੰਦਰ ਨਹੀਂ ਲੈ ਕੇ ਜਾਣਾ ਵੀ ਤੂੰ ਬਾਹਰ ਗੇਟ ਤੇ ਮਿਲ ਲਿਆ ਸਾਨੂੰ, ਜਾ ਹੁਣ ਘਰ ਨੂੰ ਆਪਦੇ ਜਾ, ਕਹਿ ਦਾਂਗੇ ਅਸੀਂ? ਸਾਡਾ ਮਨੁੱਖਾਂ ਦਾ ਸੁਭਾਵ ਤੇ ਇਹ ਹੈ ਵੀ ਜੇ ਕੋਈ ਤੁਰਿਆ ਜਾਂਦਾ ਵੀ ਸਾਡੇ ਘਰ ਦੇ ਲਾਗੇ ਆਇਆ ਨਾ ਤੇ ਅਸੀਂ ਇਹਨੂੰ ਕਹਿੰਦੇ ਵੀ ਭਾਵੇਂ 2 ਮਿੰਟ ਹੀ ਆ ਜਾਓ ਪਰ ਘਰੇ ਆ ਕੇ ਜਾਇਓ, ਐਵੇਂ ਨਹੀਂ ਜਾਣਾ। ਘਰੇ ਚਰਨ ਜ਼ਰੂਰ ਪਾਇਓ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ, ਉਹਨਾਂ ਨੂੰ ਅਗਲੇ ਨੇ ਸਾਨੂੰ ਇਹ ਵੀ ਕਿਹਾ ਵੀ ਮੇਰੇ ਕੋਲ ਟਾਈਮ ਬਹੁਤ ਘੱਟ ਹੈ। ਅਸੀਂ ਫਿਰ ਕਿਹਾ ਵੀ ਭਾਵੇਂ 2 ਮਿੰਟ ਆ ਕੇ ਚਰਨ ਪਾ ਕੇ ਜਾਇਓ ਪਰ ਘਰੇ ਹੋ ਕੇ ਜ਼ਰੂਰ ਜਾਇਓ। ਘਰ ਲੈ ਕੇ ਜਾਈਦਾ ਤੇ ਰੱਬ ਜੀ ਸਾਡਾ ਗੇਟ ਵੇਖ ਲੈਣ। ਮਤਲਬ ਬਾਹਰੋਂ ਤੇ ਬੜੀ ਸਾਫ਼ ਸਫਾਈ, ਹੱਥ ਵੀ ਬੜੇ ਧੋਤੇ, ਪੈਰ ਵੀ ਧੋਤੇ, ਮੁਖ ਬੜਾ ਸਾਫ਼, ਕੱਪੜੇ ਬੜੇ ਚਿੱਟੇ ਪਾਈ ਰੱਖ ਫਿਰਦਾ, ਚਿੱਟੇ ਕੱਪੜੇ ਪਾਏ ਇਹਨੇ, ਮਤਲਬ ਬੜੇ ਸਾਫ਼ ਤੇ ਸੁਥਰੇ ਕੱਪੜੇ ਪਾਏ। ਰੱਬ ਜੀ ਆ ਜਾਣ। ਹੁਣ ਗੇਟ ਵੇਖਿਆ, ਗੇਟ ਵੇਖ ਕੇ ਰੱਬ ਜੀ ਅੰਦਰ ਦਾਖਲ ਹੋਣ ਤੇ ਅੰਦਰ ਗੰਦਗੀ ਦੇ ਢੇਰ ਲੱਗੇ ਪਏ। ਤੇ ਸਾਹਿਬ ਕੀ ਆਖਦੇ, ਸਤਿਗੁਰ ਸੇਵਿਆ ਮਨ ਨਿਰਮਲਾ। ਅੰਦਰ ਨਿਰਮਲ ਹੁੰਦਾ, ਅੰਦਰ ਸਾਫ਼ ਹੁੰਦਾ। ਔਰ ਸਫਾਈ ਪਸੰਦ ਅਸੀਂ ਉਦੋਂ ਹੀ ਗਿਣੇ ਜਾਵਾਂਗੇ ਜਦੋਂ ਬਾਹਰ ਸਫਾਈ ਦੇ ਨਾਲ ਨਾਲ ਜੀਉ ਨਿਰਮਲ, ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ। ਕਹੈ ਨਾਨਕ ਜਿਨ ਮਨ ਦੇ ਨਿਮਰਲ, ਸਦਾ ਰਹੇ ਗੁਰ ਨਾਲੇ। ਗੁਰੂ ਨਾਲ ਤੇ ਉਹ ਰਹਿੰਦੇ ਜਿਹੜੇ ਮਨ ਕਰਕੇ ਨਿਰਮਲ। ਤੇ ਅਸੀਂ ਗੁਰੂ ਨਾਲ ਰਹਿੰਦੇ ਹੋਏ, ਮਤਲਬ ਆਪਣੇ ਸਰੀਰ ਕਰਕੇ ਤੇ ਅਸੀਂ ਗੁਰੂ ਦੇ ਨਜ਼ਦੀਕ ਆ, ਤੇ ਸਫਾਈ ਕਾਹਦੀ ਕੀਤੀ? ਸਰੀਰ ਦੀ। ਤੇ ਗੁਰੂ ਅਮਰਦਾਸ ਸਾਹਿਬ ਦਾ ਫੈਸਲਾ ਕਹਿੰਦੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਗੁਰੂ ਦੇ ਨਾਲ ਤੇ ਉਹ ਰਹਿੰਦੇ ਨੇ ਜਿਹੜੇ ਮਨ ਕਰਕੇ ਨਿਰਮਲ ਨੇ, ਤੇ ਜਿਹੜੇ ਬਾਹਰੋਂ ਜੀਉ ਤਾਂ ਮੈਲੇ, ਬਾਹਰੋਂ ਨਿਰਮਲ। ਹੁਣ ਇਹਨਾਂ ਦੇ ਕੋਲ ਕੀ ਹੈ? ਜੀਉ ਮੈਲੇ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਮੈਲੇ। ਸਾਰੀ ਮੈਲ ਹੀ ਇਕੱਠੀ ਕੀਤੀ ਨਾ। ਬਾਹਰੋਂ ਨਿਰਮਲਤਾ ਹੀ ਬਹੁਤ ਹੈ। ਔਰ ਗੁਰੂ ਕੇ ਬਚਨਾਂ ਦੀ ਕਮਾਈ ਵੀ ਕੋਈ ਨਹੀਂ। ਤੇ ਜਿੰਨਾ ਚਿਰ ਗੁਰੂ ਕੇ ਬੋਲਾਂ ਦੀ ਕਮਾਈ ਨਹੀਂ, ਜਾਂ ਉਹ ਸਾਡੇ ਕੋਲ ਸਾਫ਼ ਸਫਾਈ ਨਹੀਂ ਜਿਹੜੀ ਸਾਨੂੰ ਚਾਹੀਦੀ ਹੈ, ਜਾਂ ਜਿਹੜੀ ਗੁਰੂ ਲੋਚਦੇ ਨੇ, ਜਿਸ ਸਾਫ਼ ਸਫਾਈ ਦੀ ਆਸ ਜਾਂ ਜਿਸ ਸਾਫ਼ ਸਫਾਈ ਕਰਕੇ ਗੁਰੂ ਕਾ ਮਿਲਾਪ ਹੋਵੇ, ਜੇ ਉਹ ਸਾਡੇ ਕੋਲ ਹੋਈ ਹੀ ਨਾ, ਫਿਰ ਕੀ ਬਣੇਗਾ? ਕੀ ਅਸੀਂ ਗੁਰੂ ਕਾ ਮਿਲਾਪ ਹਾਸਲ ਕਰ ਸਕਦੇ ਹਾਂ?
ਤਿੰਨੀ ਜਨਮ ਜੂਏ ਹਾਰਿਆ। ਜਨਮ ਜੂਏ ਵਿੱਚ ਹਾਰ ਗਏ। ਹੁਣ ਹੋਇਆ ਕੀ, ਜੇ ਅਸੀਂ ਉਹਨਾਂ ਨੂੰ ਕਹੀਏ ਵੀ ਤੁਹਾਡੇ ਕੋਲ ਸਫਾਈ ਨਹੀਂ ਸੀ, ਅਗਲੇ ਵੀ ਅੱਗੋਂ ਕਹਿ ਦੇਣ ਵੀ ਵੇਖ ਤੇ ਸਹੀ ਸਾਡੇ ਵੱਲ ਝਾਤ ਮਾਰ, ਕਿੰਨੀ ਸਾਫ਼ ਸਫਾਈ ਹੈ। ਪਰ ਉਹ ਆਪਣਾ ਜਨਮ ਜੂਏ ਵਿੱਚ ਹਾਰ ਗਏ। ਕਾਹਦੇ ਕਰਕੇ? ਕਿਉਂਕਿ ਜੀਉ ਮੈਲੇ। ਸਿਰਫ ਜ਼ਿੰਦਗੀ ਵਿੱਚ, ਜੀਵਨ ਵਿੱਚ ਅੰਦਰੂਨੀ ਤੌਰ ਤੇ ਅੰਦਰ ਕਰਕੇ, ਮਨ ਕਰਕੇ ਮੈਲੇ ਨੇ। ਮੇਰੇ ਸਾਹਿਬ ਜੀ ਆਖਦੇ, ਕਹਿੰਦੇ ਮਨ ਨਿਰਮਲ ਕਰੇਗਾ, ਸਰੀਰ ਪਵਿੱਤਰ ਹੋ ਜਾਏਗਾ। ਜਦੋਂ ਸਰੀਰ ਪਵਿੱਤਰ ਹੋਏਗਾ ਨਾ, ਮਨ ਦੀ ਨਿਰਮਲਤਾਈ ਸਦਕਾ ਸਰੀਰ ਪਵਿੱਤਰ ਹੋ ਗਿਆ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਚ ਆਖਦੇ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਫਿਰ ਬਾਪੂ ਜੀ ਨੇ ਆਖਿਆ ਕਿ ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਮਨ ਦੇ ਵਿੱਚ ਉਹਦਾ ਵਸੇਬਾ ਹੋਏਗਾ ਤੇ ਸਾਡੇ ਕੋਲ ਸੁਚਮਤਾਈ ਹੈ। ਬਾਹਰੀ ਤੌਰ ਉੱਤੇ ਸੁਚਮਤਾ ਰੱਖ ਕੇ ਅਸੀਂ ਕਦੇ ਵੀ ਉਸ ਮਾਲਕ ਨੂੰ ਪ੍ਰਸੰਨ ਕਰ ਨਹੀਂ ਸਕਦੇ। ਫਿਰ ਮਨ ਆਨੰਦ। ਇੱਕ ਨਾ ਆਮ ਲਫ਼ਜ਼ ਵਰਤੇ ਜਾਂਦੇ ਵੀ ਜਹਾਂ ਸਫਾਈ ਤਹਾਂ ਖੁਦਾਈ। ਜਿੱਥੇ ਸਫਾਈ ਹੈ, ਖੁਦਾਈ ਵੀ ਉੱਥੇ ਹੀ ਹੈ। ਮਨ ਦੇ ਵਿੱਚ ਖੁਸ਼ੀ ਹੋਈ ਕਦੋਂ? ਜਦੋਂ ਮਨ ਨਿਰਮਲ ਹੋਇਆ। ਬਹੁਤ ਕਿਤੇ ਸਾਫ਼ ਸਫਾਈ ਅਸੀਂ ਬਾਹਰੀ ਤੌਰ ਤੇ ਵੀ ਕਿਸੇ ਇਮਾਰਤ 'ਚ ਵੇਖ ਲਈਏ ਨਾ, ਤੇ ਅਸੀਂ ਕਹਿੰਦੇ ਵੀ ਮਨ ਖੁਸ਼ ਹੋ ਗਿਆ ਇੱਥੋਂ ਦੀ ਸਫਾਈ ਵੇਖ ਕੇ। ਮਨ ਪ੍ਰਸੰਨ ਹੋ ਗਿਆ। ਵੇਖਿਆ ਕੀ ਸੀ? ਸਿਰਫ ਇਹੀ ਵੀ ਉੱਥੇ ਸਾਫ਼ ਸਫਾਈ ਬਹੁਤ ਹੈ, ਇਹੀ ਵੇਖਿਆ ਸੀ। ਤੇ ਜੇ ਮਨ ਹੀ ਸਾਫ਼ ਸੁਥਰਾ ਹੋ ਜਾਏ ਤੇ ਫਿਰ ਕੀ ਬਣੇਗਾ? ਮਾਲਕ ਕਹਿੰਦੇ ਮਨ ਆਨੰਦ। ਫਿਰ ਮਨ ਵਿੱਚ ਆਨੰਦ ਹੋਏਗਾ ਔਰ ਸਦਾ ਸੁਖ ਪਾਇਆ। ਕਹਿੰਦੇ ਹਮੇਸ਼ਾ ਵਾਸਤੇ ਮਨ ਸੁਖੀ ਹੋ ਜਾਏਗਾ। ਭੇਟਿਆ ਗਹਿਰ ਗੰਭੀਰ, ਤੇ ਉਸ ਗਹਿਰ ਨਾਲ, ਉਸ ਗੰਭੀਰ ਨਾਲ ਮਿਲਾਪ ਹੋ ਜਾਏਗਾ। ਭੇਟਿਆ ਮਤਲਬ ਮਿਲ ਜਾਣਾ। ਸੱਚੀ ਸੰਗਤ ਬੈਸਣਾ। ਫਿਰ ਸਤ ਸੰਗਤ ਵਿੱਚ ਬੈਠ ਕੇ ਸੱਚ ਨਾਮ, ਸੱਚੇ ਨਾਮ ਦਾ ਆਸਰਾ ਲਿਆ, ਸੱਚੇ ਨਾਮ ਦਾ ਸਹਾਰਾ ਲਿਆ। ਤੇ ਜਦੋਂ ਸੱਚੇ ਨਾਮ ਦਾ ਆਸਰਾ ਲਿਆ, ਮਨ ਧੀਰ, ਮਨ ਨੂੰ ਧੀਰਜ ਮਿਲ ਗਿਆ। ਮਨ ਧੀਰਜ ਵਿੱਚ ਆ ਗਿਆ, ਮਨ ਸੰਤੋਖ ਵਿੱਚ ਆ ਗਿਆ। ਪਰ ਇਹ ਸਾਰੀ ਖੇਡ ਉਦੋਂ ਵਰਤੀ, ਉਦੋਂ ਵਾਪਰੀ ਜਦੋਂ ਮਨ ਪਵਿੱਤਰ ਹੋਇਆ, ਮਨ ਨਿਰਮਲ ਹੋਇਆ। ਮਨ ਨੇ ਨਿਰਮਲ ਹੋ ਕੇ ਜਦੋਂ ਸਰੀਰ ਵੀ ਪਵਿੱਤਰ ਕਰ ਲਿਆ, ਰੱਬ ਜੀ ਦਾ ਵਸੇਬਾ ਹਿਰਦੇ ਰੂਪੀ ਘਰ ਵਿੱਚ ਹੋ ਗਿਆ। ਉਹਦੇ ਵਸੇਬੇ ਦੇ ਸਦਕਾ ਮਨ ਨੂੰ ਧੀਰਜ ਮਿਲ ਗਿਆ। ਸੱਚੇ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਜਿਨੀ ਹਉ ਮੈਂ ਮਾਰ ਪਛਾਣਿਆ, ਹਉ ਤਿਨ ਬਲਿਹਾਰੈ ਜਾਉ। ਮਨ ਮੁਖ ਸੱਚ ਨਾ ਜਾਣਨੀ, ਤਿਨ ਠੌਰ ਨਾ ਕਤਹੁ ਥਾਉ। ਸੱਚੇ ਸ਼ਬਦ ਪਤ ਉਪਜੈ। ਇੱਜ਼ਤ ਹਾਸਲ ਕਰਨੀ ਪੈਂਦੀ ਹੈ। ਮਾਣ ਸਨਮਾਨ ਕਮਾਉਣਾ ਪੈਂਦਾ। ਪਤ ਕਮਾਉਣੀ ਪੈਂਦੀ ਹੈ। ਇਨਸਾਨ ਨੂੰ ਜਦੋਂ ਪਤ ਮਿਲਦੀ ਹੈ ਨਾ, ਇੱਜ਼ਤ ਮਿਲਦੀ ਹੈ, ਤੇ ਇੱਜ਼ਤ ਉਹਦੇ ਕਰਮਾਂ ਕਰਕੇ ਮਿਲਦੀ ਹੈ। ਉਹਦੇ ਚਿਹਰੇ ਕਰਕੇ ਜਾਂ ਉਹਦੇ ਪਹਿਰਾਵੇ ਕਰਕੇ ਨਹੀਂ, ਉਹਦੇ ਸਰੀਰਕ ਬਲ ਕਰਕੇ ਨਹੀਂ, ਜਾਂ ਸਰੀਰ ਦੀ ਸੁੰਦਰਤਾ ਕਰਕੇ ਨਹੀਂ।
ਇੱਜ਼ਤ ਕਿੱਥੋਂ ਮਿਲਦੀ? ਉਹਦੇ ਕਰਮਾਂ ਕਰਕੇ। ਜਿਹਨੂੰ ਸੌਖੇ ਜਿਹੇ ਰੂਪ 'ਚ ਕਹਿ ਲਈਏ, ਧਰਮ ਦਾ ਪਹਿਰਾਵਾ ਵੇਖ ਕੇ ਅਸੀਂ ਉਸ ਇਨਸਾਨ ਨੂੰ ਬੜਾ ਇੱਜ਼ਤ ਤੇ ਮਾਣ ਦੇਣ ਲੱਗੇ, ਬੜਾ ਸਨਮਾਨ ਦਿੱਤਾ ਉਹਨੂੰ। ਪਰ ਪਹਿਰਾਵਾ ਧਰਮ ਦਾ ਹੋਣ ਕਰਕੇ ਜਾਂ ਕੇਵਲ ਧਰਮ ਦਾ ਪਹਿਰਾਵਾ ਹੀ ਸੀ, ਕਰਮ ਧਰਮ ਵਾਲੇ ਨਹੀਂ ਸਨ, ਤੇ ਕੀ ਹੋਇਆ? ਸਾਰਾ ਮਾਣ ਸਨਮਾਨ ਖਤਮ ਹੋ ਗਿਆ, ਇੱਜ਼ਤ ਚਲੀ ਗਈ। ਦੂਜੇ ਪਾਸੇ ਕਿਸੇ ਕੋਲ ਧਰਮ ਦਾ ਪਹਿਰਾਵਾ ਨਹੀਂ ਸੀ, ਉਹਦੇ ਕਰਮ ਬੜੇ ਚੰਗੇ ਸਨ, ਅਸੀਂ ਕੀ ਕਿਹਾ? ਬੜਾ ਭਲਾ ਪੁਰਖ ਹੈ, ਇੱਜ਼ਤ ਕਮਾ ਲਈ। ਸਾਡਾ ਪਹਿਰਾਵਾ ਸਾਨੂੰ ਇੱਕ ਵਾਰੀ ਇੱਜ਼ਤ ਦਿਵਾ ਸਕਦਾ ਹੈ, ਸਾਡੇ ਕਰਮ ਸਾਨੂੰ ਸਦੀਵ ਇੱਜ਼ਤ ਦਿਵਾਉਂਦੇ ਨੇ। ਸਾਡਾ ਪਹਿਰਾਵਾ ਇੱਕ ਵਾਰੀ ਅਦਬ ਦਿਵਾ ਸਕਦਾ ਹੈ, ਪਰ ਸਾਡੇ ਕਰਮ ਸਾਰੀ ਜ਼ਿੰਦਗੀ ਸਾਨੂੰ ਇੱਜ਼ਤ ਦਿਵਾਉਂਦੇ ਨੇ। ਸਾਡਾ ਪਹਿਰਾਵਾ ਸਾਡੀ ਇੱਕ ਵਾਰੀ ਬੇਪੱਤੀ ਕਰਵਾ ਸਕਦਾ ਹੈ, ਪਰ ਸਾਡੇ ਕਰਮ ਸਾਰੀ ਜ਼ਿੰਦਗੀ ਬੇਇੱਜ਼ਤ ਕਰਵਾਉਣਗੇ। ਬਾਪੂ ਜੀ ਨੇ ਹੁਣ ਕੀ ਆਖਿਆ? ਸੱਚਾ ਸ਼ਬਦ ਪਤ ਉਪਜੈ। ਕਹਿੰਦੇ ਗਿਆਨ ਸਦਕਾ, ਸੱਚ ਦੇ ਗਿਆਨ ਸਦਕਾ ਕੀ ਉਪਜਦਾ? ਪਤ, ਇੱਜ਼ਤ ਮਿਲਦੀ। ਸੱਚੇ ਸੱਚਾ ਨਾਉ, ਔਰ ਉਸ ਸੱਚ ਦੇ ਨਾਲ, ਉਹਦੇ ਨਾਮ ਦੇ ਨਾਲ ਕੀ ਬਣਦਾ? ਪ੍ਰੇਮ ਬਣਦਾ। ਜਿੰਨੀ ਹਉਮੈ ਮਾਰ ਪਛਾਣਿਆ, ਜੇ ਕੋਈ ਹੰਕਾਰ ਵਾਲਾ ਸਾਡੇ ਸਾਹਮਣੇ ਆ ਜਾਏ, ਅਸੀਂ ਕਿੰਨਾ ਕੁ ਇੱਜ਼ਤ ਦੇ ਦਾਂਗੇ ਉਹਨੂੰ, ਕਿੰਨਾ ਕੁ ਮਾਣ ਦੇ ਦਾਂਗੇ। ਹੋ ਸਕਦਾ ਉਹਦੇ ਸਾਹਮਣੇ ਅਦਬ ਦੇ ਦਈਏ, ਉਹਦੇ ਸਾਹਮਣੇ ਸਤਿਕਾਰ ਦੇ ਦਈਏ, ਪਰ ਉਹ ਦਿੱਤਾ ਹੋਇਆ ਸਾਰਾ ਅਦਬ ਸਤਿਕਾਰ ਸਿਰਫ ਉਹਦੇ ਮੁਖ ਉੱਤੇ ਸੀ, ਉਹਦੇ ਸਾਹਮਣੇ ਸੀ, ਉਦੋਂ ਬਾਅਦ ਵਿੱਚ ਸਾਰਾ ਖਤਮ। ਮਾਲਕ ਕਹਿੰਦੇ ਪੱਤ ਵਾਲਾ ਉਹ ਹੈ ਜਿੰਨੀ ਹਉਮੈ ਮਾਰ ਪਛਾਣਿਆ, ਹਉ ਤਿੰਨ ਬਲਿਹਾਰੈ ਜਾਉ। ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਨ੍ਹਾਂ ਨੇ ਅਹੰਕਾਰ ਖਤਮ ਕਰਕੇ ਰੱਬ ਨੂੰ ਪਛਾਣ ਲਿਆ, ਰੱਬ ਨਾਲ ਸਾਂਝ ਬਣਾ ਲਈ, ਰੱਬ ਨਾਲ ਪ੍ਰੇਮ ਬਣਾ ਲਿਆ। ਔਰ ਉਹ ਜਿੰਨਾ ਸਾਂਝ ਬਣਾਈ ਹੈ, ਪ੍ਰੇਮ ਬਣਾਇਆ, ਉਹਨਾਂ ਤੋਂ ਮੈਂ ਕੁਰਬਾਨ ਜਾਣਾ। ਤੇ ਦੂਜਾ ਪੱਖ, ਮਨ ਮੁਖ ਸੱਚ ਨਾ ਜਾਣਨੀ, ਇਹਨਾਂ ਨੇ ਸੱਚ ਜਾਣਿਆ ਕੋਈ ਨਹੀਂ। ਤਿੰਨ ਠੌਰ ਨਾ ਕਤਹੂ ਥਾਉ, ਉਹਨਾਂ ਨੂੰ ਨਾ ਕੋਈ ਥਾਂ ਮਿਲੀ ਤੇ ਨਾ ਟਿਕਾਣਾ ਮਿਲਿਆ। ਇੱਕ ਨਿੱਕਾ ਜਿਹਾ ਸੰਸਾਰਿਕ ਪੱਖ ਹੋਰ, ਦੋ ਪਰਸਨ ਨੇ ਸਾਡੇ ਸਾਹਮਣੇ। ਇੱਕ ਦਾ ਪਹਿਰਾਵਾ ਬੜਾ ਧਰਮੀ ਹੈ, ਸੋਚ ਵੀ ਧਰਮੀ ਹੈ, ਵਿਚਾਰ ਵੀ ਧਰਮੀ ਹੈ, ਤੇ ਇੱਕ ਸਾਡੇ ਸਾਹਮਣੇ ਬਿਲਕੁਲ ਵਿਕਾਰੀ ਮਨੁੱਖ ਖੜਾ। ਉਹਦੇ ਵਸਤਰ ਪਹਿਰਾਵਾ ਵੀ ਵਿਕਾਰਾਂ ਭਰਿਆ, ਉਹਦੀ ਸੋਚ ਵੀ ਵਿਕਾਰਾਂ ਭਰੀ, ਉਹਦੀ ਮਤ ਵੀ ਵਿਕਾਰਾਂ ਭਰੀ। ਇਹਨੂੰ ਹੋਰ ਸੌਖਾ ਕਰ ਲਈਏ, ਇੱਕ ਮਨੁੱਖ ਸਾਡੇ ਸਾਹਮਣੇ ਖੜਾ ਜਿਹੜਾ ਦਿਆਲੂ ਹੈ, ਦੇਣ ਦੀ ਬਿਰਤੀ ਰੱਖਦਾ, ਦਾਨ ਕਰਨ ਦੀ ਬਿਰਤੀ ਰੱਖਦਾ। ਇੱਕ ਮਨੁੱਖ ਸਾਡੇ ਸਾਹਮਣੇ ਖੜਾ ਜਿਹੜਾ ਚੋਰ ਹੈ, ਚੋਰੀ ਕਰਨ ਦੀ ਬਿਰਤੀ ਰੱਖਦਾ, ਸਮਾਨ ਚੁੱਕਣ ਦੀ ਸੋਚ ਰੱਖਦਾ। ਹੁਣ ਸਾਨੂੰ ਦੋਵਾਂ ਚੋਂ ਇੱਕ ਮਨੁੱਖ ਨੂੰ ਘਰੇ ਟਿਕਾਣਾ ਦੇਣਾ ਪੈ ਜਾਏ, ਕਿਹਨੂੰ ਦੇਵਾਂਗੇ? ਚੋਰ ਨੂੰ ਲੈ ਕੇ ਜਾਏਗਾ ਕੋਈ? ਬਾਪੂ ਜੀ ਬਾਣੀ 'ਚ ਕਹਿੰਦੇ ਚੋਰ ਕੀ ਹਮ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਹੁਣ ਜਿਹੜਾ ਸਾਨੂੰ ਪਤਾ ਨਾ ਵੀ ਇਹਦੀ ਵਿਚਾਰ ਦਿਆਲਤਾ ਵਾਲੀ ਹੈ, ਦਾਨੀ ਸੁਭਾਅ ਵਾਲਾ, ਇਹ ਚੋਰ ਨਹੀਂ ਹੈ, ਅਸੀਂ ਉਹਨੂੰ ਕਵਾਂਗੇ ਵੀ ਆ ਜਾ ਭਾਈ ਸਾਡੇ ਘਰ ਟਿਕਾਣਾ ਕਰ ਲਾ। ਤੇ ਜਿਹੜਾ ਪਤਾ ਲੱਗ ਜਾਏ ਵੀ ਚੋਰ ਹੈ, ਜੇ ਅਸੀਂ ਉਹਨੂੰ ਘਰ 'ਚ ਟਿਕਾਣਾ ਦਿੱਤਾ ਵੀ ਹੋਇਆ, ਉਹਨੂੰ ਕਵਾਂਗੇ ਵੀ ਚੱਕ ਭਾਈ ਆਪਦਾ ਸਮਾਨ, ਅਸੀਂ ਤੈਨੂੰ ਆਪਦੇ ਘਰ 'ਚ ਰੱਖ ਨਹੀਂ ਸਕਦੇ। ਤੇ ਬਾਪੂ ਜੀ ਕੀ ਕਹਿ ਰਹੇ? ਕਹਿੰਦੇ ਜਿਨ੍ਹਾਂ ਤੇ ਹਉਮੈ ਲਈ ਮਾਰ, ਉਹਨਾਂ ਤੋਂ ਮੈਂ ਜਾਣਾ ਕੁਰਬਾਨ, ਬਲਿਹਾਰਨੇ ਜਾਣਾ। ਪਰ ਜਿਹੜੇ ਮਨ ਪਿੱਛੇ ਲੱਗ ਕੇ ਚੱਲਣ ਵਾਲੇ ਨੇ ਨਾ, ਮਨ ਦੇ ਮਗਰ ਤੁਰਨ ਵਾਲੇ, ਕਹਿੰਦੇ ਤਿੰਨਾਂ ਠੌਰ ਨਾ ਕਤਹੂ ਠਾਉ, ਉਹਨਾਂ ਨੂੰ ਕੋਈ ਥਾਂ ਟਿਕਾਣਾ ਨਹੀਂ ਮਿਲਦਾ। ਕਿਉਂਕਿ ਉਹਨਾਂ ਦੀ ਵਿਚਾਰ ਕੀ ਹੈ? ਮਨ ਵਾਲੀ। ਪਰਵਾਨਿਆਂ ਕੌਣ ਜਾਂਦਾ?
ਗੁਰਮੁਖ, ਜਿਹਨੂੰ ਬਾਪੂ ਜੀ ਕਹਿੰਦੇ ਖਰੇ ਖਜ਼ਾਨੇ ਪਾਈਐ ਖੋਟੇ ਸੱਟੀਐ ਬਾਹਰ ਵਾਰ। ਖਜ਼ਾਨੇ ਵਿੱਚ ਤੇ ਅਸਲੀ ਹੀ ਰੱਖਿਆ ਜਾਏਗਾ ਨਾ, ਨਕਲੀ ਕੌਣ ਆਪਣੇ। ਹੁਣ ਜੇ ਸੌਖੇ ਜਿਹੇ ਰੂਪ ਚ ਕਹਿ ਲਈਏ, ਅਸੀਂ ਆਪਣੀ ਜੇਬ ਚ, ਜੇ ਭਾਵੇਂ ਸਾਡੀ ਜੇਬ ਚ 10 ਰੁਪਏ ਨੇ, ਅਸੀਂ ਕਦੇ 10 ਰੁਪਏ ਵੀ ਨਕਲੀ ਰੱਖੇ? ਨਹੀਂ, ਅਸੀਂ ਉਹ ਵੀ ਵੇਖਦੇ ਹਾਂ ਵੀ ਅਸਲੀ ਹੈ। ਤੇ ਗੁਰੂ ਸਾਹਿਬ ਜੀ, ਪਰਮੇਸ਼ਵਰ ਜੀ ਆਪਣੇ ਖਜ਼ਾਨੇ 'ਚ ਖੋਟੇ ਰੱਖ ਸਕਦੇ ਨੇ? ਮਨ ਪਿੱਛੇ ਲੱਗ ਕੇ ਚੱਲਣ ਵਾਲਾ ਕਿਵੇਂ ਠੌਰ ਤੇ ਠਾਉ ਹਾਸਲ ਕਰ ਜਾਏਗਾ? ਸਤਿਗੁਰੂ ਕਹਿੰਦੇ ਠੌਰ ਤੇ ਠਾਉ ਉਹਨਾਂ ਨੂੰ ਮਿਲਦੀ ਹੈ ਜਿਹੜੇ ਹਉਮੈ ਮਾਰ ਕੇ ਆਪਣਾ ਆਪਾ ਗੁਰੂ ਨਾਲ ਜੋੜ ਲੈਂਦੇ, ਗੁਰੂ ਵਾਲੇ ਬਣ ਜਾਂਦੇ, ਪਰਮੇਸ਼ਵਰ ਵਾਲੇ ਬਣ ਜਾਂਦੇ। ਉਹੀ ਥਾਂ ਤੇ ਟਿਕਾਣੇ ਦੇ ਮਾਲਕ ਬਣਦੇ ਨੇ। ਉਹਨਾਂ ਨੂੰ ਹੀ ਪਰਮੇਸ਼ਵਰ ਜੀ ਦੇ ਦਰ ਉੱਤੇ, ਰੱਬ ਜੀ ਦੇ ਦਰ ਉੱਤੇ ਅਦਬ ਔਰ ਸਤਿਕਾਰ ਮਿਲਦਾ ਹੈ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ, ਸਦਾ ਸੱਚਾ ਸਲਾਹਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ। ਉਹਨਾਂ ਦਾ ਜੀਵਨ ਕੈਸਾ ਹੈ? ਕਿਹਨਾਂ ਦਾ? ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ। ਉਹਨਾਂ ਦਾ ਖਾਣਾ ਸੱਚ, ਉਹਨਾਂ ਦਾ ਪਹਿਨਣਾ ਸੱਚ, ਤੇ ਉਹਨਾਂ ਦਾ ਵਸੇਬਾ ਵੀ ਸੱਚ। ਮਤਲਬ ਇਹ ਕਿ ਖਾਣਾ ਉਹੀ ਹੋਏਗਾ ਜੋ ਸੱਚ ਨੂੰ ਪਾਉਂਦਾ ਹੈ। ਜਿਹਨੂੰ ਆਪਾਂ ਗੁਰੂ ਕੀ ਬਾਣੀ ਵਿੱਚ ਪੜ੍ਹ ਲੈਂਦੇ ਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਉਹਨਾਂ ਕੋਲ ਕੀ ਹੈ? ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਮਤਲਬ ਹਰ ਕਰਮ ਸੱਚ ਦੇ ਆਧਾਰ ਤੇ ਹੈ। ਉਹਨਾਂ ਦੇ ਖਾਣੇ ਵਿੱਚੋਂ ਵੀ ਪਰਮੇਸ਼ਵਰ ਨਜ਼ਰੀ ਪੈਂਦਾ। ਭੋਜਨ ਵਿੱਚੋਂ ਕੀ ਨਜ਼ਰੀ ਪੈਂਦਾ? ਦਸਾਂ ਨੌਆਂ ਦੀ ਕਿਰਤ। ਭੋਜਨ ਵਿੱਚੋਂ ਕੀ ਨਜ਼ਰੀ ਪੈਂਦਾ? ਮਿਹਨਤ, ਮਸ਼ੱਕਤ। ਪਹਿਰਾਵੇ ਵਿੱਚੋਂ ਕੀ ਨਜ਼ਰੀ ਪੈਂਦਾ? ਸਾਦਾਪਨ। ਵਿਕਾਰ ਨਹੀਂ, ਸਾਦਾਪਨ ਨਜ਼ਰੀ ਪੈ ਰਿਹਾ। ਤੇ ਵਸੇਬੇ ਵਿੱਚੋਂ ਨਜ਼ਰੀ ਕੀ ਪੈ ਰਿਹਾ? ਆਰਾਮ ਤੇ ਨਜ਼ਰੀ ਪੈ ਰਿਹਾ, ਸੁੱਖ ਤੇ ਨਜ਼ਰੀ ਪੈ ਰਿਹਾ, ਪਰ ਉਥੇ ਵਸੇਬੇ ਵਿੱਚ ਦੁੱਖ ਤਕਲੀਫ ਨਜ਼ਰੀ ਨਹੀਂ ਪੈ ਰਹੀ। ਸੱਚ ਹੀ ਸੱਚ ਹੈ। ਫਿਰ ਸਦਾ ਸੱਚਾ ਸਲਾਹਣਾ, ਉਹ ਸ਼ਲਾਘਾ ਕਿਹਦੀ ਕਰਦੇ ਨੇ? ਰੱਬ ਜੀ ਦੀ। ਜਦੋਂ ਸ਼ਲਾਘਾ ਕੀਤੀ ਤੇ ਪਰਮੇਸ਼ਵਰ ਦੀ, ਜਦੋਂ ਸਲਾਹਿਆ ਰੱਬ ਨੂੰ ਸਲਾਹਿਆ, ਸੱਚੇ ਸ਼ਬਦ ਨਿਵਾਸ। ਤੇ ਉਹਨਾਂ ਦਾ ਵਸੇਬਾ ਕਿੱਥੇ ਹੈ? ਸੱਚ ਦੇ ਸ਼ਬਦ ਵਿੱਚ, ਗਿਆਨ ਵਿੱਚ। ਫਿਰ ਉਹਨਾਂ ਵੇਖਿਆ ਕਿ ਸਭ ਆਤਮ ਰਾਮ ਪਛਾਣਿਆ। ਸਾਰੀਆਂ ਥਾਵਾਂ ਦੇ ਉੱਤੇ ਹਰ ਇੱਕ ਵਿੱਚ ਰਮੇ ਹੋਏ ਨੂੰ ਪਛਾਣਿਆ, ਹਰ ਜਗ੍ਹਾ ਉੱਤੇ ਰਮਿਆ ਹੋਇਆ ਪਰਮੇਸ਼ਵਰ ਵੇਖਿਆ। ਗੁਰਮਤੀ ਨਿਜ ਘਰ ਵਾਸ। ਗੁਰੂ ਦੀ ਮੱਤ ਸਦਕਾ ਕਹਿੰਦੇ ਉਹਨਾਂ ਨੇ ਆਪਣੇ ਅਸਲ ਘਰ ਵਿੱਚ ਵਸੇਬਾ ਹਾਸਲ ਕਰ ਲਿਆ। ਅਸਲ ਘਰ ਵਿੱਚ ਥਾਂ ਉਹਨਾਂ ਨੂੰ ਮਿਲ ਗਈ, ਜਾਂ ਇਉਂ ਕਹਿ ਲਈਏ ਥਾਂ ਹਾਸਲ ਕਰ ਲਈ। ਕਿਹਦੇ ਸਦਕਾ? ਗੁਰੂ ਦੀ ਮੱਤ ਸਦਕਾ। ਸੰਸਾਰਕ ਤੌਰ ਤੇ ਵੀ ਜੇ ਅਸੀਂ ਘਰ 'ਚ ਥਾਂ ਲੈਣੀ ਨਾ, ਤਾਂ ਮਿਲਦੀ ਜੇ ਮਾਂ ਪਿਤਾ ਅਨੁਸਾਰ ਚੱਲੀਏ। ਤੇ ਜੇ ਮਾਂ ਤੇ ਪਿਤਾ ਅਨੁਸਾਰ ਨਹੀਂ, ਅਗਲੇ ਵੀ ਕਹਿ ਦਿੰਦੇ ਵੀ ਤੇਰਾ ਸਾਡੇ ਨਾਲ ਸੰਬੰਧ
ਕੋਈ ਨਹੀਂ, ਅਸੀਂ ਤੈਨੂੰ ਬੇਦਖਲ ਕੀਤਾ। ਕਿਉਂ? ਕਿਉਂਕਿ ਤੂੰ ਉਵੇਂ ਨਹੀਂ ਚੱਲਦਾ ਜਿਵੇਂ ਤੈਨੂੰ ਚੱਲਣਾ ਚਾਹੀਦਾ ਹੈ। ਤੇ ਗੁਰੂ ਦੀ ਮੱਤ ਅਨੁਸਾਰ ਹੀ ਚੱਲਾਂਗੇ ਤੇ ਨਿਜ ਘਰ ਵਿੱਚ ਵਾਸਾ। ਤੇ ਜੇ ਗੁਰੂ ਕੀ ਮੱਤ ਅਨੁਸਾਰੀ ਨਾ ਚੱਲੇ ਫਿਰ ਬੇਦਖਲੀ। ਇਸੇ ਕਰਕੇ ਤੇ ਸਤਿਗੁਰੂ ਜੀ ਆਖਦੇ ਨਾ, ਮਨ ਗੁਰ ਮਿਲ ਕਾਜ ਸਵਾਰੇ। ਮਨਾਂ ਨਾਲ ਗੁਰੂ ਨੂੰ ਮਿਲ ਕੇ ਕਾਜ ਸਵਾਰ, ਕਿਉਂਕਿ ਜਦੋਂ ਗੁਰੂ ਨੂੰ ਮਿਲ ਕੇ ਕਾਜ ਸਵਾਰੇਗਾ ਨਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਫਿਰ ਤੇਰਾ ਫੇਰਾ ਨਹੀਂ ਹੋਏਗਾ। ਤੇ ਜੇ ਮਨ ਗੁਰੂ ਨੂੰ ਮਿਲ ਕੇ ਕਾਰਜ ਨਾ ਸਵਾਰੇ ਤੇ ਫਿਰ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਸਾਕਤ ਹਰ ਰਾ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਜ਼ਿੰਦਗੀ 'ਚ ਦੁੱਖ ਜਨਮ ਮਰਨ ਦਾ ਭਾਉ ਕਦੋਂ ਮੁੱਕੇਗਾ? ਜਦੋਂ ਰੱਬ ਜੀ ਦੀ ਬੰਦਗੀ ਕੋਲੇ ਹੋਏਗੀ। ਹਰ ਹਰ ਨਾਮ ਸਮਾਣੇ, ਤਿਨ ਜਨਮ ਮਰਨ ਭਾਉ ਖੰਡਾਖੇ। ਜਨਮ ਮਰਨ ਦਾ ਡਰ ਮੁੱਕ ਗਿਆ। ਕਿਵੇਂ ਮੁੱਕਿਆ? ਰੱਬ ਜੀ ਦੀ ਬੰਦਗੀ ਸਦਕਾ ਘਰ ਵਿੱਚ ਵਸੇਬਾ ਮਿਲ ਗਿਆ। ਗੁਰੂ ਦੀ ਮੱਤ ਅਨੁਸਾਰੀ, ਗੁਰੂ ਜੀ ਕੀ ਰਜ਼ਾ ਦੇ ਅਨੁਸਾਰੀ ਚੱਲਣਾ। ਸਤਿਗੁਰੂ ਕਹਿੰਦੇ ਜਦੋਂ ਗੁਰੂ ਕੀ ਮੱਤ ਲੈ ਕੇ ਚੱਲਦਾ ਹੈ ਜੀਵ, ਤੇ ਫਿਰ ਕੀ ਮਿਲਦਾ? ਸਭਨਾ ਵਿੱਚੋਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਵਸੇਬਾ ਨਜ਼ਰੀ ਪੈਂਦਾ, ਰੱਬ ਜੀ ਨਜ਼ਰੀ ਪੈਂਦੇ ਨੇ। ਔਰ ਜਦੋਂ ਸਭਨਾ ਵਿੱਚੋਂ ਰੱਬ ਜੀ ਦਿਸਦੇ ਤੇ ਉਦੋਂ ਨਿਜ ਘਰ ਵਾਸ, ਮਨੁੱਖ ਆਪਣੇ ਨਿਜ ਘਰ ਦੇ ਅੰਦਰ ਵਾਸਾ ਵੀ ਹਾਸਲ ਕਰ ਲੈਂਦਾ। ਪਰ ਇਹ ਸਾਰਾ ਕੁਝ ਉਦੋਂ ਜੀਵ ਦੀ ਜ਼ਿੰਦਗੀ ਵਿੱਚ ਬਣਦਾ ਜਦੋਂ ਮਨ ਨਿਰਮਲ ਹੋ ਜਾਏ, ਸੱਚ ਨਾਲ ਸੰਬੰਧ ਬਣ ਜਾਏ, ਖਾਣਾ ਵੀ ਸੱਚਾ ਹੋ ਜਾਏ, ਪਹਿਨਣਾ ਵੀ ਸੱਚ ਹੋ ਜਾਏ, ਰਹਿਣਾ ਵੀ ਸੱਚ ਹੋ ਜਾਏ। ਇਹ ਸਾਰਾ ਕੁਝ ਗੁਰੂ ਦੀ ਮੱਤ ਅਨੁਸਾਰੀ ਬਣਦਾ। ਵੇਖੋ, ਇੱਕ ਪਾਸੇ ਸਤਿਗੁਰੂ ਜੀ ਖਾਣ ਨੂੰ, ਪਹਿਨਣ ਨੂੰ ਤੇ ਵਸੇਬੇ ਨੂੰ ਨਾ, ਸਤਿਗੁਰੂ ਕਹਿੰਦੇ ਸਾਰਾ ਕੁਝ ਤੇਰਾ ਨਾ ਤੈਨੂੰ ਘਟਾ ਰਿਹਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ। ਇੱਕ ਪਾਸੇ ਮਾਲਕ ਜੀ ਕਹਿ ਦਿੰਦੇ ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਹੁਣ ਖਾਣਾ, ਹੱਸਣਾ, ਪੀਣਾ, ਸੌਣਾ ਤੇ ਉਹੀ ਕੁਛ ਹੈ ਨਾ, ਉਹ ਤਬਦੀਲ ਨਹੀਂ ਹੋਣਾ। ਖਾਣ ਦਾ ਤਰੀਕਾ ਵੀ ਉਹੀ, ਪਹਿਨਣ ਦਾ ਢੰਗ ਵੀ ਉਹੀ, ਸਰੀਰਕ ਨੀਂਦ ਦਾ ਤਰੀਕਾ ਵੀ ਉਹ, ਹਰ ਕਰਮ ਉਸੇ ਤਰ੍ਹਾਂ ਦਾ। ਪਰ ਕਰਮ ਦੇ ਵਿੱਚ ਲਾ ਜਿਹੜਾ ਤੱਤ ਹੈ ਉਹ ਬਦਲ ਗਿਆ। ਉਹਨਾਂ ਦਾ ਹਾਸਾ ਕੀ ਹੈ? ਕਿਸੇ ਦੀ ਗਰੀਬੀ ਉੱਤੇ ਨਹੀਂ ਹੈ। ਉਹਨਾਂ ਦਾ ਪਹਿਰਾਵਾ ਵਿਕਾਰਾਂ ਭਰਿਆ ਨਹੀਂ ਹੈ। ਉਹਨਾਂ ਦਾ ਭੋਜਨ ਹੱਕ ਦਾ ਹੈ। ਉਹਨਾਂ ਦਾ ਭੋਜਨ ਬੇਗਾਨੇ ਲਹੂ ਪਸੀਨੇ ਦਾ ਨਹੀਂ। ਜਦੋਂ ਇਸ ਤਰ੍ਹਾਂ ਦਾ ਭੋਜਨ, ਮਤਲਬ ਹੱਕ ਦਾ ਭੋਜਨ ਹੋਏਗਾ, ਪਹਿਰਾਵਾ ਬੜਾ ਸਾਦਾ ਜਿਹਾ ਹੋਏਗਾ, ਤੇ ਜਦੋਂ ਵਸੇਬਾ ਵੀ ਉਸ ਪਰਮੇਸ਼ਵਰ ਦੀ ਰਜ਼ਾ ਵਿੱਚ, ਔਰ ਖਾਣਾ ਵੀ ਉਹ ਬੜਾ ਸਾਦਾ ਜਿਹਾ, ਬੜਾ ਸਿੰਪਲ ਜਿਹਾ ਹੋਏਗਾ, ਤੇ ਫਿਰ ਵਿੱਚੇ ਹੋਵੇ ਮੁਕਤ। ਦੂਜੇ ਪਾਸੇ ਜਦੋਂ ਆਪਾਂ ਮਨੁੱਖ ਦੀ ਜ਼ਿੰਦਗੀ ਦੀ ਬਾਤ ਕਰਦੇ ਹਾਂ, ਕਿਉਂਕਿ ਇਹੀ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਉੱਤੇ ਪ੍ਰਭਾਵ ਪਾ ਰਹੀਆਂ ਨੇ। ਸਾਡਾ ਪਹਿਰਾਵਾ ਸਾਡੀ ਜ਼ਿੰਦਗੀ ਤੇ ਪ੍ਰਭਾਵ ਪਾਏਗਾ। ਪਹਿਰਾਵਾ ਤੇ ਇੱਕ ਪਾਸੇ ਰਿਹਾ, ਸਾਡੇ ਨਾਮ ਸਾਡੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾਉਂਦੇ ਨੇ। ਸਾਡੇ ਰੱਖੇ ਹੋਏ ਨਾਮ ਵੀ ਸਾਡੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾਉਂਦੇ ਨੇ।
ਸਾਡਾ ਪਹਿਨਿਆ ਹੋਇਆ ਸਾਡੀ ਜ਼ਿੰਦਗੀ ਤੇ ਜਿੱਥੇ ਪ੍ਰਭਾਵ ਪਾਉਂਦਾ, ਵੇਖਣ ਵਾਲਿਆਂ ਤੇ ਵੀ ਪ੍ਰਭਾਵ ਪਾਉਂਦਾ। ਸਾਡਾ ਖਾਣਾ ਸਾਡੇ ਮਨਾਂ ਉੱਤੇ ਪ੍ਰਭਾਵ ਪਾਉਂਦਾ, ਸਾਡੀ ਜ਼ਿੰਦਗੀ ਤੇ ਪ੍ਰਭਾਵ ਪਾਉਂਦਾ ਹੈ। ਤੇ ਕਿਉਂ ਨਾ ਫਿਰ ਸਾਡਾ ਖਾਣਾ ਜਿਹੜਾ ਗੁਰੂ ਰਜ਼ਾ ਮੁਤਾਬਕ ਹੋਵੇ, ਸਾਡਾ ਪਹਿਨਣਾ ਸਾਡੇ ਗੁਰੂ ਮੁਤਾਬਕ ਹੋਵੇ, ਸਾਡਾ ਰਹਿਣਾ ਸਾਡੇ ਗੁਰੂ ਮੁਤਾਬਕ ਹੋਵੇ। ਇਹ ਸਾਰੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਉੱਪਰ ਪ੍ਰਭਾਵ ਪਾਉਣਾ। ਜਿੱਥੇ ਸਾਡੇ ਜੀਵਨ ਤੇ ਪ੍ਰਭਾਵ ਪਾਉਣਾ, ਉੱਥੇ ਵੇਖਣ ਵਾਲੇ ਦੀ ਜ਼ਿੰਦਗੀ ਤੇ ਵੀ ਪ੍ਰਭਾਵ ਪਏਗਾ। ਜੇ ਅਸੀਂ ਪਹਿਰਾਵਾ ਉਦਾਂ ਦਾ ਪਾ ਲਿਆ ਤੇ ਕੀ ਆਖਣਗੇ, ਉਹ ਵੀ ਤੇ ਪਾ ਹੀ ਰਹੇ। ਸਾਡਾ ਭੋਜਨ ਗੁਰੂ ਆਸ਼ੇ ਤੋਂ ਬਿਨਾ ਹੋਵੇ, ਗੁਰੂ ਅਨੁਸਾਰੀ ਨਾ ਹੋਵੇ, ਤੇ ਕੀ ਆਖਿਆ ਜਾਏਗਾ, ਉਹਦਾ ਭੋਜਨ ਵੀ ਤੇ ਇਸੇ ਤਰ੍ਹਾਂ ਦਾ ਹੀ ਹੈ। ਸਾਡਾ ਵਸੇਬਾ ਗੁਰੂ ਆਸ਼ੇ ਮੁਤਾਬਕ ਨਾ ਹੋਵੇ। ਕਿਸੇ ਨੇ ਕਿਉਂਕਿ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਆ ਨਾ, ਕੋਈ ਚੰਗਾ ਗੁਣ ਗ੍ਰਹਿਣ ਕਰੇ ਭਾਵੇਂ ਨਾ ਕਰੇ, ਪਰ ਬੁਰਾ ਗੁਣ ਗ੍ਰਹਿਣ ਬੜੀ ਆਸਾਨੀ ਨਾਲ ਜੀਵ ਕਰ ਲੈਂਦਾ। ਇਸ ਲਈ ਸਾਹਿਬ ਕਹਿੰਦੇ, ਤੂੰ ਖਿਆਲ ਰੱਖ, ਤੇਰਾ ਖਾਣਾ ਵੀ ਸੱਚਾ ਹੋਵੇ, ਤੇਰਾ ਪਹਿਨਣਾ ਵੀ ਸੱਚਾ ਹੋਵੇ, ਔਰ ਤੇਰਾ ਵਸੇਬਾ ਵੀ ਸੱਚ ਨਾਲ ਹੋਵੇ, ਸੰਬੰਧ ਤੇਰਾ ਸੱਚ ਨਾਲ ਹੋਵੇ। ਔਰ ਹਮੇਸ਼ਾ ਸ਼ਲਾਘਾ ਰੱਬ ਦੀ ਕਰ। ਰੱਬ ਦੀ ਸ਼ਲਾਘਾ ਕਰਦਿਆਂ ਸੱਚੇ ਗਿਆਨ ਨਾਲ ਆਪਣਾ ਸੰਬੰਧ ਬਣਾ, ਔਰ ਉਹਦੇ ਸਦਕਾ ਸਭਨਾਂ ਵਿੱਚੋਂ ਇੱਕ ਪਰਮੇਸ਼ਵਰ ਨੂੰ ਵੇਖਦਾ, ਗੁਰੂ ਦੀ ਮੱਤ ਲੈ ਕੇ ਨਿਜ ਘਰ ਵਿੱਚ ਵਾਸਾ ਪਾਵੋ। ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਹੁਣ ਉਹਨਾਂ ਦਾ ਵੇਖਣਾ ਕੀ ਬਣ ਗਿਆ, ਸੱਚ। ਮਤਲਬ ਵੇਖਣੀ ਬੜੀ ਚੰਗੀ ਬਣ ਗਈ, ਨਜ਼ਰੀਆ ਬਹੁਤ ਚੰਗਾ ਬਣ ਗਿਆ। ਬੋਲਣਾ ਕੀ ਬਣ ਗਿਆ, ਸੱਚ। ਹੁਣ ਜ਼ੁਬਾਨ ਕੀ ਬੋਲਦੀ ਹੈ, ਰੱਬ ਜੀ ਦੀ ਸ਼ਲਾਘਾ ਕਰਦੀ। ਰਸਨਾ ਕੀ ਕਰਦੀ, ਗੁਰੂ ਕੀ ਵਡਿਆਈ, ਰੱਬ ਜੀ ਕੀ ਸ਼ਲਾਘਾ, ਸੱਚ ਬੋਲਦੀ। ਤੇ ਉਹਦੇ ਸਦਕਾ ਕੀ ਹੋ ਗਿਆ, ਤਨ ਮਨ ਸੱਚਾ ਹੋਏ। ਤਨ ਤੇ ਮਨ ਸੱਚਾ ਹੋ ਗਿਆ। ਹੁਣ ਉਹਨਾਂ ਦੀ ਸਿੱਖਿਆ ਕਿੱਦਾਂ ਦੀ ਹੋਏਗੀ। ਮਾਲਕ ਕਹਿੰਦੇ ਸੱਚੀ ਸਾਖੀ, ਸਾਖੀ ਮਤਲਬ ਸਿੱਖਿਆ। ਹੁਣ ਉਹ ਸਿੱਖਿਆ ਕਿਸੇ ਨੂੰ ਝੂਠੀ ਥੋੜੀ ਦੇਣਗੇ। ਮਤਲਬ ਸਿੱਖਿਆ ਹੁਣ ਜਦੋਂ ਦਿੱਤੀ ਜਾਏਗੀ ਤੇ ਕਾਹਦੇ ਨਾਲ ਜੁੜਨ ਦੀ, ਸੱਚ ਦੀ ਸਿੱਖਿਆ ਦਿੱਤੀ ਜਾਏਗੀ। ਕਿਸੇ ਨੂੰ ਇਹ ਨਹੀਂ ਆਖਿਆ ਜਾਏਗਾ ਵੀ ਤੁਸੀਂ ਝੂਠ ਦੇ ਆਸਰੇ ਤੇ ਜਿਉਵੋ। ਜਿਹਨੂੰ ਮਾਲਕ ਜੀ ਬਾਣੀ 'ਚ ਜ਼ਿਕਰ ਕਰਦੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਆਹ ਸਾਖੀ ਹੈ, ਆਹ ਸਿੱਖਿਆ ਹੈ। ਫਿਰ ਉਪਦੇਸ਼ ਸੱਚ, ਉਪਦੇਸ਼ ਵੀ ਸੱਚਾ। ਸੱਚੇ ਸੱਚੀ ਸੋਏ। ਉਹਨਾਂ ਦੀ ਜਿਹੜੀ ਸ਼ੋਭਾ ਹੈ, ਉਹਨਾਂ ਦੀ ਜਿਹੜੀ ਸ਼ੋਹਰਤ ਹੈ, ਉਹ ਸ਼ੋਹਰਤ ਕੀ ਹੋਏਗੀ, ਸੱਚੀ। ਜ਼ਿੰਦਗੀ 'ਚੋਂ ਝੂਠ ਤੇ ਕਿਨਾਰਾ ਹੀ ਕਰ ਗਿਆ ਨਾ। ਜਦੋਂ ਸਾਡਾ ਮਨ ਸੱਚਾ ਹੋ ਗਿਆ ਨਾ, ਕਿਉਂਕਿ ਸਾਰੇ ਸ਼ਬਦ ਵਿੱਚ ਜਿਹੜੀ ਗੱਲ ਚੱਲ ਰਹੀ ਉਹ ਮਨ ਨੂੰ ਨਿਰਮਲ ਕਰਨ ਦੀ ਚੱਲ ਰਹੀ। ਜਦੋਂ ਮਨ ਨਿਰਮਲ ਹੋ ਗਿਆ ਨਾ, ਸਾਡੇ ਤਨ ਕਰਕੇ ਜਿੰਨੇ ਕਰਮ ਨੇ ਉਹ ਨਿਰਮਲ ਹੀ ਹੋਣਗੇ। ਮਨ ਮੈਲਾ, ਸਾਡਾ ਸੁਣਨਾ ਵੀ ਮੈਲਾ ਹੈ। ਸਾਡਾ ਮਨ ਮੈਲਾ, ਸਾਡਾ ਨਜ਼ਰੀਆ ਵੀ ਮੈਲਾ ਹੈ। ਸਾਡਾ ਮਨ ਮੈਲਾ ਹੈ, ਸਾਡਾ ਬੋਲਣਾ ਵੀ ਮੈਲ ਹੀ ਹੈ। ਜੇ ਸਾਡਾ ਮਨ ਮੈਲਾ ਹੈ, ਸਾਡਾ ਹੱਥਾਂ ਨਾਲ ਕਰਨਾ ਵੀ ਮੈਲਾ। ਜੇ ਸਾਡਾ ਮਨ ਮੈਲਾ ਤੇ ਸਾਡੇ ਪੈਰ ਕਦੇ ਚੰਗੇ ਥਾਵੇਂ ਨਹੀਂ ਜਾਣਗੇ। ਕਿੱਥੇ ਜਾਣਗੇ, ਜਿੱਥੋਂ ਮੈਲ ਇਕੱਠੀ ਹੋਣੀ। ਸਾਰਾ ਕੁਝ ਹੀ ਮੈਲਾ ਹੋ ਗਿਆ ਨਾ ਜ਼ਿੰਦਗੀ ਵਿੱਚ। ਆਪਾਂ ਪਹਿਲੋਂ ਵਿਚਾਰਦੇ ਆਏ ਵੀ ਮਨ ਮੈਲਾ ਹੈ, ਸਭ ਕੁਝ ਮੈਲਾ। ਹੁਣ ਸਾਰਾ ਕੁਝ ਹੀ ਮੈਲਾ ਹੈ। ਹੁਣ ਮਨ ਨਿਰਮਲ ਹੋ ਗਿਆ। ਜਦੋਂ ਮਨ ਨਿਰਮਲ ਹੋਇਆ, ਮਾਲਕ ਕਹਿੰਦੇ ਸੱਚ ਵੇਖਣ, ਨਜ਼ਰੀਆ ਕੀ ਬਣ ਗਿਆ, ਸੋਹਣਾ। ਪਹਿਲੋਂ ਕੀ ਸੀ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਹੁਣ ਸਭਨਾਂ ਵਿੱਚੋਂ ਸੱਚ ਵੇਖਦੀਆਂ ਨਜ਼ਰਾਂ। ਪਹਿਲੋਂ ਸੁਣਨਾ ਕੀ ਸੀ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ
ਮਾਇਆ ਬਿਸਮਾਦ। ਹੁਣ ਮਨ ਜਾਗ ਪਿਆ, ਮਨ ਸੁਚੇਤ ਹੋ ਗਿਆ, ਮਨ ਨਿਰਮਲ ਹੋ ਗਿਆ। ਜਦੋਂ ਮਨ ਨਿਰਮਲ ਹੋਇਆ ਉਦੋਂ ਨਜ਼ਰੀਆ ਬਦਲ ਗਿਆ। ਸਭਨਾਂ ਵਿੱਚੋਂ ਕੀ ਵੇਖ ਰਿਹਾ? ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਸਾਰਿਆਂ ਵਿੱਚੋਂ ਇਹ ਵੇਖ ਰਿਹਾ। ਜ਼ੁਬਾਨ ਕੀ ਬੋਲ ਰਹੀ ਹੈ? ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਕੰਨ ਕੀ ਸੁਣ ਰਹੇ ਨੇ? ਸੱਚੇ ਦੀ ਸਿਫਤ ਤੇ ਸ਼ਲਾਘਾ, ਰੱਬ ਜੀ ਦੀ ਵਡਿਆਈ। ਸਿਰਫ ਕਿਹਦੇ ਕਰਕੇ? ਮਨ ਨਿਰਮਲ ਹੋਣ ਕਰਕੇ। ਹੁਣ ਹੱਥ ਹੱਕ ਦੀ ਕਮਾਈ ਕਰਦੇ, ਪੈਰ ਚੰਗੇ ਥਾਵੇਂ ਚੱਲ ਕੇ ਜਾਂਦੇ, ਮਾੜੇ ਥਾਵੇਂ ਨਹੀਂ, ਕਿ ਮਨ ਨਿਰਮਲ ਹੋ ਗਿਆ। ਸੱਚ ਵੇਖਣ, ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ। ਹੁਣ ਦੂਜਾ ਪੱਖ ਵੀ ਰੱਖਿਆ ਸਤਿਗੁਰੂ ਨੇ, ਕਹਿੰਦੇ ਜਿਨ੍ਹਾਂ ਨੇ ਸੱਚ ਵਿਸਾਰਤਾ, ਮਤਲਬ ਮਨ ਨਿਰਮਲ ਜਿਨ੍ਹਾਂ ਨਹੀਂ ਕੀਤਾ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਦਾ ਵਸੇਬਾ ਨਹੀਂ ਹੋਇਆ, ਉਹ ਸੇ ਦੁਖੀਏ ਚੱਲੇ ਰੋਏ। ਹੁਣ ਉਹਨਾਂ ਦਾ ਵੇਖਣਾ ਉਹਨਾਂ ਦੇ ਦੁੱਖ ਬਣ ਜਾਣਾ, ਉਹਨਾਂ ਦਾ ਬੋਲਣਾ ਵੀ ਉਹਨਾਂ ਲਈ ਦੁੱਖ, ਉਹਨਾਂ ਦਾ ਪਹਿਰਾਵਾ ਵੀ ਉਹਨਾਂ ਲਈ ਦੁੱਖ ਬਣ ਜਾਏਗਾ। ਤੇ ਖਿਆਲ ਰੱਖੀਏ ਉਹਨਾਂ ਦਾ ਸੁਣਨਾ ਵੀ ਉਹਨਾਂ ਲਈ ਦੁੱਖ ਬਣ ਜਾਣਾ। ਕਿਉਂਕਿ ਜਦੋਂ ਝੂਠੀ ਉਸਤਤ, ਝੂਠੀ ਨਿੰਦਿਆ ਸੁਣੀ ਜਾਏਗੀ ਤੇ ਕੀ ਹੋਵੇਗਾ? ਦੁੱਖ। ਜ਼ੁਬਾਨ ਜਦੋਂ ਬੋਲੇਗੀ ਤੇ ਕੀ ਮਿਲੇਗਾ? ਦੁੱਖ। ਅੱਖਾਂ ਜਦੋਂ ਮੰਦਾਂ ਵੇਖਣਗੀਆਂ ਤੇ ਕੀ ਮਿਲੇਗਾ? ਦੁੱਖ। ਉਹਨਾਂ ਦਾ ਹਰ ਕਰਮ ਦੁਖੀ ਹੋ ਗਿਆ, ਹਰ ਕਰਮ ਵਿੱਚੋਂ ਦੁੱਖ ਮਿਲਿਆ। ਔਰ ਸਾਹਿਬ ਕਹਿੰਦੇ ਸੇ ਦੁਖੀਏ ਚੱਲੇ ਰੋਏ। ਫਿਰ ਕਰਲਾਉਂਦੇ ਨੇ ਉਹ, ਵਿਲਕਦੇ ਔਰ ਤੜਫਦੇ। ਕਿਉਂ? ਜਦੋਂ ਕੀਤੇ ਕਰਮਾਂ ਦਾ ਨਤੀਜਾ ਮਿਲਦਾ ਹੈ। ਹੋ ਸਕਦਾ ਜਦੋਂ ਵਿਕਾਰਾਂ ਭਰਿਆ ਨਜ਼ਰੀਆ ਸੀ ਉਦੋਂ ਤੇ ਮਨ ਬੜਾ ਪ੍ਰਸੰਨ ਹੋਇਆ, ਪਰ ਉਸ ਨਜ਼ਰੀਏ ਦਾ ਨਤੀਜਾ ਜਦੋਂ ਮਿਲਣਾ ਤੇ ਉਦੋਂ ਦੁੱਖ ਹੋਏਗਾ। ਬਸ ਇਸੇ ਤਰੀਕੇ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਡੇ ਮਨਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਮਨਾ ਸੱਚ ਦੇ ਆਸਰੇ ਰਹੋ ਔਰ ਸੱਚ ਦੇ ਸਹਾਰੇ ਸਦਕਾ ਨਿਰਮਲਤਾ ਹੀ ਹਾਸਲ ਕਰ। ਗੁਰੂ ਨੂੰ ਸੇਵਦਿਆਂ ਆਪਣੇ ਜੀਵਨ ਵਿੱਚੋਂ ਮੈਲ ਖਤਮ ਕਰ, ਤਾਂ ਜੋ ਤੇਰਾ ਮਨ ਸੁਥਰਾ ਹੋਵੇ ਤੇ ਤੇਰਾ ਤਨ ਪਵਿੱਤਰ ਹੋ ਜਾਏ। ਮਨ ਕਰਕੇ ਨਿਰਮਲ ਤੇ ਤਨ ਕਰਕੇ ਵੀ ਨਿਰਮਲਤਾ ਹੀ ਸਾਨੂੰ ਮਿਲ ਜਾਏ, ਤਾਂ ਜੋ ਅਸੀਂ ਵੀ ਸਦੀਵ ਆਪਣੇ ਗੁਰੂ ਦੇ ਅਨੁਸਾਰੀ, ਗੁਰੂ ਦੇ ਕੋਲ ਰਹਿੰਦੇ ਆ, ਗੁਰੂ ਆਸ਼ੇ ਮੁਤਾਬਕ ਚੱਲਦੇ ਆ, ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਤੇ ਸਾਹਿਬ ਅੱਗੇ ਅਰਜ਼ੋਈ ਕਰਦੇ ਰਿਹਾ ਕਰੀਏ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ।
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ। ਸੱਚੀ ਸਾਖੀ ਉਪਦੇਸ ਸੱਚ, ਸੱਚੇ ਸੱਚੀ ਸੋਏ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।